ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪ੍ਰਚਾਰ ਮਿਸ਼ਨ ਟੀਵੀ ਅਤੇ ਗੁਰਬਾਣੀ ਅਖੰਡ ਬਾਣੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਜਿਸ ਤਰ੍ਹਾਂ ਕਿ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਸਿੱਖ ਪੰਥ ਦੇ ਵਿੱਚ ਇੱਕ ਮਸਲਾ ਚੱਲ ਰਿਹਾ ਹੈ ਗੁਰੂ ਘਰ ਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਦਾ ਅਤੇ ਉੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ। ਉਹ ਮਸਲਾ ਹਜੇ ਹੱਲ ਨਹੀਂ ਸੀ ਹੋਇਆ ਕਿ ਗਿਆਨੀ ਰਣਜੀਤ ਸਿੰਘ ਜੀ ਗੌਹਰ ਜਥੇਦਾਰ ਸ੍ਰੀ ਪਟਨਾ ਸਾਹਿਬ ਉਹਨਾਂ ਨੇ ਰਾਗੀ ਸਿੰਘਾਂ ਦੇ ਉੱਤੇ ਟਿੱਪਣੀ ਕਰਕੇ ਇੱਕ ਨਵਾਂ ਵਿਵਾਦ ਸ਼ੁਰੂ ਕਰ ਦਿੱਤਾ। ਸੋ ਇਸੇ ਵਿਵਾਦ ਦੇ ਚੱਲਦਿਆਂ ਸਾਧ ਸੰਗਤ ਜੀ ਅੱਜ ਪਟਿਆਲਾ ਸ਼ਹਿਰ ਦੇ ਵਿੱਚ ਸਿਰਮੌਰ ਰਾਗੀ ਸਿੰਘਾਂ ਦੀ ਇਕੱਤਰਤਾ ਹੋਈ ਹੈ, ਜਿਸ ਵਿੱਚ ਇਸੇ ਵਿਸ਼ੇ ਦੇ ਉੱਤੇ ਗੱਲ ਕਰਨ ਲਈ ਸਾਰੇ ਰਾਗੀ ਸਾਹਿਬਾਨ ਸਤਿਕਾਰਯੋਗ, ਜਿਨ੍ਹਾਂ ਦੇ ਵਿੱਚ ਭਾਈ ਸਾਹਿਬ ਅਮਰਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਸਾਹਿਬ ਜਗਪ੍ਰੀਤ ਸਿੰਘ ਜੀ ਕਥੂਰੀਆ ਸਾਹਿਬ, ਭਾਈ ਸਾਹਿਬ ਜਗਮੋਹਨ ਸਿੰਘ ਜੀ ਕਥੂਰੀਆ ਸਾਹਿਬ, ਰਣਵੀਰ ਸਿੰਘ ਜੀ ਆਜ਼ਾਦ, ਭਾਈ ਜੋਗਿੰਦਰ ਸਿੰਘ ਜੀ, ਹੋਰ ਸਿਰਮੌਰ ਸਾਰੇ ਹੀ ਜਥੇ ਸਤਿਕਾਰਯੋਗ ਪਟਿਆਲੇ ਦੇ ਨਾਮਵਰ ਜਥੇ ਨੇ। ਸਾਰਿਆਂ ਦੇ ਨਾਮ ਮੈਂ ਨਹੀਂ ਲੈ ਸਕਦਾ। ਸੋ ਸਾਰੇ ਹੀ ਇੱਥੇ ਹਾਜ਼ਰ ਹੋਏ ਨੇ। ਸੋ ਅੱਜ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਆਪੋ ਆਪਣੇ ਵਿਚਾਰ ਰਾਗੀ ਸਾਹਿਬਾਨ ਸੰਗਤ ਦੇ ਸਾਹਮਣੇ ਰੱਖਣਗੇ। ਸੋ ਮੈਂ ਸੋਚਦਾ ਕਿ ਇਹ ਜੋ ਉਪਰਾਲਾ ਰਾਗੀ ਸਿੰਘਾਂ ਨੇ ਪਟਿਆਲੇ ਦੇ ਵਿੱਚ ਕੀਤਾ ਹੈ, ਜੋ ਕਿ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਦੇ ਇੱਕ ਮਾਣ ਦੀ, ਇੱਕ ਸਤਿਕਾਰ ਦੀ ਜਿਹੜੀ ਗੱਲ ਚੱਲ ਰਹੀ ਹੈ, ਜੋ ਮਾਣ ਸਤਿਕਾਰ ਨੂੰ ਠੇਸ ਪਹੁੰਚਾਈ ਜਾ ਰਹੀ ਹੈ, ਭਾਵੇਂ ਕਿ ਕਿਸੇ ਵੀ ਉੱਚ ਅਹੁਦੇ 'ਤੇ ਕੋਈ ਬੰਦਾ ਬੈਠਾ ਹੈ। ਸੋ ਕੇਵਲ ਉੱਥੋਂ ਦੀ ਗੱਲ ਨਹੀਂ, ਹਰੇਕ ਇਲਾਕੇ ਦੇ ਵਿੱਚ, ਹਰੇਕ ਗੁਰੂ ਘਰ ਦੇ ਵਿੱਚ ਪ੍ਰਬੰਧਕਾਂ ਦਾ ਅਤੇ ਰਾਗੀ ਸਿੰਘਾਂ ਦਾ ਜਿਹੜਾ ਟਕਰਾਅ ਸਾਨੂੰ, ਚਾਹੇ ਉਹ ਗ੍ਰੰਥੀ ਸਿੰਘ ਨੇ, ਚਾਹੇ ਰਾਗੀ ਸਿੰਘ ਨੇ, ਚਾਹੇ ਸੇਵਾਦਾਰ ਨੇ, ਕੋਈ ਨਾ ਕੋਈ ਟਕਰਾਅ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਨਿਤਾ ਪ੍ਰਤੀ ਦੇਖਣ ਨੂੰ ਮਿਲਦਾ ਹੀ ਰਹਿੰਦਾ ਹੈ। ਸੋ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਮਾਣਯੋਗ ਰਾਗੀ ਸਾਹਿਬਾਨ ਸਾਰੇ ਇੱਥੇ ਪਹੁੰਚੇ ਨੇ। ਸੋ ਆਪਾਂ ਇਹਨਾਂ ਦੇ ਵਿਚਾਰ ਸਾਰਿਆਂ ਦੇ ਲੈਂਦੇ ਹਾਂ ਜੀ ਕਿ ਇਸ ਵਿਸ਼ੇ ਦੇ ਉੱਤੇ ਕੀ ਗੱਲਬਾਤ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। खड़े होकर बोलिए ना, बोल दो बचन बोल दो, सारे बोल दो। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਸਮੇਂ ਜਿਵੇਂ ਵੀਰ ਜੀ ਨੇ ਦੱਸ ਦਿੱਤਾ ਆਪ ਜੀ ਨੂੰ, ਸਾਨੂੰ ਵੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਦੇ ਫੋਨ ਕਾਲ ਆ ਰਹੇ ਨੇ ਔਰ ਉਹਨਾਂ ਵੱਲੋਂ ਸ਼ਬਦਾਵਲੀ ਵਰਤੀ ਜਾ ਰਹੀ ਹੈ ਕਿ ਭਾਈ ਸਾਹਿਬ ਅੰਮ੍ਰਿਤਸਰ ਵਿੱਚ ਕੀ ਹੋ ਗਿਆ। ਸਾਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਹੈ। ਜੋ ਪਿਛਲੇ ਦਿਨੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੀਏ, ਸਾਰੇ ਪਿਆਰ ਵਾਲੇ ਕੀਰਤਨੀਏ ਔਰ ਉੱਥੋਂ ਦੇ ਪ੍ਰਬੰਧ ਵੱਲੋਂ ਜੋ ਘਟਨਾਕ੍ਰਮ ਚੱਲ ਰਿਹਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ, ਜੋ ਕਿ ਬੜਾ ਮੰਦਭਾਗਾ, ਬੜਾ ਮਨ ਨੂੰ ਰੋਸ ਪਹੁੰਚਿਆ। ਹਰ ਕੀਰਤਨੀ ਇੱਥੇ ਜਿੰਨੇ ਵੀ ਬੈਠੇ ਨੇ ਦੇਸ਼ ਵਿਦੇਸ਼ ਵਿੱਚ, ਹਰ ਕੀਰਤਨੀ ਦੇ ਮਨ ਨੂੰ ਬੜਾ ਠੇਸ ਪਹੁੰਚਿਆ ਹੈ। ਔਰ ਜਿੱਥੇ ਕੀਰਤਨੀਆਂ ਦੇ ਮਨ ਨੂੰ ਠੇਸ ਪਹੁੰਚਿਆ, ਉੱਥੇ ਸੰਗਤਾਂ ਦੇ ਵਿੱਚ ਵੀ ਬੜਾ ਰੋਸ ਹੈ। ਜੋ ਕੀਰਤਨ ਨੂੰ, ਸ਼ਬਦ ਨੂੰ ਪਿਆਰ ਕਰਦੀਆਂ ਸੰਗਤਾਂ, ਇਹ ਜੋ ਕੀਰਤਨੀਆਂ ਨਾਲ ਵਧੀਕੀਆਂ ਹੋਈਆਂ, ਬੜਾ ਰੋਸ ਹੈ। ਔਰ ਅਜੇ ਉਹ ਘਟਨਾਕ੍ਰਮ ਚੱਲ ਰਿਹਾ ਸੀ 2-4 ਦਿਨ ਪਹਿਲੇ ਤਖਤ ਸ੍ਰੀ ਪਟਨਾ ਸਾਹਿਬ ਤੋਂ ਉੱਥੋਂ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਗੌਹਰੇ ਮਸਕੀਨ, ਉਹਨਾਂ ਨੇ ਬੜੀ ਭੱਦੀ ਸ਼ਬਦਾਵਲੀ ਕੀਰਤਨੀਆਂ ਰਾਗੀ ਸਿੰਘਾਂ ਪ੍ਰਤੀ ਵਰਤੀ ਕਿ ਤੁਸੀਂ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿਓ ਕੀਰਤਨ ਛੱਡ ਕੇ। ਇੱਕ ਬੇਨਤੀ ਗਿਆਨੀ ਰਣਜੀਤ ਸਿੰਘ ਜੀ ਨੂੰ ਕਰਨਾ ਚਾਹੁੰਦੇ ਹਾਂ ਸਾਰੇ ਰਾਗੀ ਸਿੰਘ ਕਿ ਕੀਰਤਨ ਨਾ ਤਾਂ ਅਸੀਂ ਗਿਆਨੀ ਰਣਜੀਤ ਸਿੰਘ ਜੀ ਦੇ ਕਹਿਣ 'ਤੇ ਸ਼ੁਰੂ ਕੀਤਾ ਸੀ ਅਤੇ ਨਾ ਉਹਨਾਂ ਦੇ ਕਹਿਣ 'ਤੇ ਛੱਡਣਾ ਹੈ। ਕੀਰਤਨ ਸਾਡੀ ਤਾਕਤ ਹੈ, ਕੀਰਤਨ ਸਾਡੀ ਜਿੰਦ ਜਾਨ ਹੈ, ਸਾਡੀ ਖੁਰਾਕ ਹੈ। ਕੀਰਤਨ ਨੇ ਸਾਨੂੰ ਨਾਮ ਦਿੱਤਾ ਹੈ, ਕੀਰਤਨ ਨਾਲ ਹੀ ਸਾਨੂੰ ਸਭ ਕੁਝ ਮਿਲਿਆ ਹੈ। ਅਤੇ ਅਸੀਂ ਉਸ ਤਖਤ 'ਤੇ ਬੈਠ ਕੇ ਲਾਈਵ ਟੈਲੀਕਾਸਟ 'ਚ ਐਸੀ ਭੱਦੀ ਸ਼ਬਦਾਵਲੀ ਕੀਰਤਨੀਆਂ ਪ੍ਰਤੀ ਵਰਤਣੀ ਸ਼ੋਭਾ ਨਹੀਂ ਦਿੰਦੀ। ਸੋ ਅਸੀਂ ਇੱਕੋ ਹੀ ਪਰਿਵਾਰ ਹਾਂ। ਜਦੋਂ ਸਾਰੇ ਰਾਗੀ ਸਿੰਘ ਅਸੀਂ ਸਟੇਜਾਂ 'ਤੇ ਮਿਲਦੇ ਹਾਂ, ਸਾਰੇ ਕਥਾਵਾਚਕਾਂ ਦਾ, ਪ੍ਰਚਾਰਕਾਂ ਦਾ ਬੜਾ ਹਿਰਦੇ 'ਚੋਂ ਸਤਿਕਾਰ ਕਰਦੇ ਹਾਂ, ਪਰ ਰਾਗੀ ਸਿੰਘਾਂ ਨੂੰ ਵੀ ਉਹ ਸਤਿਕਾਰ ਵਾਪਸ ਮਿਲਣਾ ਚਾਹੀਦਾ ਹੈ। ਜੇ ਤੁਸੀਂ ਜੀ ਕਹਾਉਣਾ ਚਾਹੁੰਦੇ ਹੋ ਤਾਂ ਜੀ ਕਹਿਣਾ ਪਏਗਾ। ਐਸੀ ਭੱਦੀ ਸ਼ਬਦਾਵਲੀ ਕੀਰਤਨੀਆਂ ਪ੍ਰਤੀ ਬੋਲਣੀ ਬੜੀ ਮੰਦਭਾਗੀ ਹੈ। ਸਾਡੀ ਬੇਨਤੀ ਹੈ ਕਿ ਇਹ ਜੋ ਤੁਸੀਂ ਲਫ਼ਜ਼ ਵਰਤੇ ਨੇ, ਇਹਨਾਂ ਨੂੰ ਵਾਪਸ ਲਿੱਤਾ ਜਾਏ, ਤਾਂ ਜੋ ਅਸੀਂ ਉਹੀ ਪਿਆਰ ਜੋ ਇੱਕ ਦੂਜੇ ਪ੍ਰਤੀ ਬਹਾਲ ਕਰ ਸਕੀਏ। ਜਲਦੀ ਤੋਂ ਜਲਦੀ ਸੰਗਤਾਂ ਸਾਹਮਣੇ ਲਾਈਵ ਟੈਲੀਕਾਸਟ 'ਚ ਤੁਸੀਂ ਉਹ ਸ਼ਬਦ ਵਾਪਸ ਲਿੱਤੇ ਜਾਣ। ਆਓ
ਹੋਰ ਸਾਰੇ ਬੜੇ ਬੜੇ ਪਿਆਰੇ ਕੀਰਤਨੀਏ ਇੱਥੇ ਪਹੁੰਚੇ ਨੇ। ਸਾਰਿਆਂ ਦੇ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖਤ ਸਾਹਿਬ ਨੂੰ ਐਡਰੈਸ ਕਰਨਗੇ ਲੈਟਰ ਜਗਮੋਹਨ ਸਿੰਘ। ਆਓ ਹੁਣ ਗੁਰੂ ਪੰਥ ਦੇ ਸਤਿਕਾਰਤ ਕੀਰਤਨੀਏ ਸਨਮਾਨਯੋਗ ਭਾਈ ਸਾਹਿਬ ਭਾਈ ਜਗਮੋਹਨ ਸਿੰਘ ਜੀ, ਜੋ ਇੱਥੋਂ ਪਟਿਆਲੇ ਦੀ ਸਮੂਹ ਕੀਰਤਨੀਆਂ ਦੀ ਕੌਂਸਲ ਹੈ, ਉਹਦੇ ਵੱਲੋਂ ਇੱਕ ਲੈਟਰ ਤਿਆਰ ਕੀਤਾ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਬੇਨਤੀ ਪੱਤਰ ਲਈ। ਆਓ ਬੜੇ ਪਿਆਰ ਨਾਲ ਉਹਨਾਂ ਦੇ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਭਲੀ ਭਾਂਤ ਸਾਰਾ ਕੁਝ ਪਤਾ ਹੀ ਹੈ, ਕਿਉਂਕਿ ਅੱਜ ਮੀਡੀਆ ਦਾ ਯੁੱਗ ਹੈ ਔਰ ਸਾਰੀਆਂ ਗੱਲਾਂ YouTube ਤੇ ਪਈਆਂ ਹੋਈਆਂ ਨੇ। ਜੋ ਕੁਝ ਵਰਤ ਰਿਹਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਔਰ ਉੱਥੋਂ ਦੇ ਰਾਗੀ ਸਿੰਘ ਸਾਹਿਬਾਨ ਦੇ ਨਾਲ ਜੋ ਕੁਝ ਵਰਤ ਰਿਹਾ ਆਪ ਭਲੀ ਭਾਂਤ ਜਾਣਦੇ ਹੋ। ਅਸੀਂ ਪਟਿਆਲਾ ਦੀ ਇੰਟਰਨੈਸ਼ਨਲ ਕੀਰਤਨ ਕੌਂਸਲ ਵੱਲੋਂ ਇੱਕ ਪ੍ਰਾਰਥਨਾ ਪੱਤਰ ਬੜੀ ਨਿਮਰਤਾ ਸਹਿਤ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਦੇਣਾ ਚਾਹੁੰਦੇ ਹਾਂ, ਤਾਂ ਕਿ ਇਹ ਵਿਵਾਦ ਜਲਦੀ ਤੋਂ ਜਲਦੀ ਖਤਮ ਹੋ ਸਕੇ ਔਰ ਸਭ ਦੀ ਇੱਜ਼ਤ ਬਹਾਲ ਰਹੇ। ਔਰ ਇਹ ਲੈਟਰ ਜੋ ਲਿਖਿਆ ਹੈ ਅਸੀਂ ਸਾਰੀ ਆਪਣੀ ਕੌਂਸਲ ਵੱਲੋਂ, ਇਹ ਮੈਂ ਪੜ੍ਹ ਕੇ ਸੁਦਾਨ ਦੇ ਨਾਲ ਇਹ ਆਪਾਂ ਲੈਟਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਭੇਜ ਰਹੇ ਹਾਂ। ਸੇਵਾ ਵਿਖੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀਮਾਨ ਜੀ, ਅਤੀ ਨਿਮਰਤਾ ਸਹਿਤ ਬੇਨਤੀ ਹੈ ਕਿ ਜੋ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗਿਆਨੀ ਜਗਤਾਰ ਸਿੰਘ ਜੀ ਅਤੇ ਸਮੂਹ ਰਾਗੀ ਸਿੰਘ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਜੋ ਵਿਵਾਦ ਚੱਲ ਰਿਹਾ ਹੈ, ਆਪ ਜੀ ਦਖਲ ਦੇ ਕੇ ਆਪ ਨਿਪਟਾਰਾ ਕਰਾਓ ਜੀ, ਕਿਉਂਕਿ ਇਹ ਉਹਦਾ ਬਹੁਤ ਸਤਿਕਾਰਤ ਹੈ ਉਹਦਾ ਹੈ। ਇਸ ਨੂੰ ਬਾਬਾ ਬੁੱਢਾ ਜੀ ਦਾ ਸਥਾਨ ਦਿੱਤਾ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬੜੀ ਨਿਮਰਤਾ ਸਹਿਤ ਬੜੇ ਸਤਿਕਾਰ ਨਾਲ ਬਾਬਾ ਬੁੱਢਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬਖਸ਼ਿਸ਼ ਕੀਤੀ ਸੀ। ਸੋ ਇਸ ਸਥਾਨ 'ਤੇ ਬੈਠ ਕੇ ਕੋਈ ਰੁੱਖਾ ਬੋਲਦਾ ਹੈ ਜਾਂ ਰਾਗੀ ਸਿੰਘਾਂ ਦੇ ਚਲਦੇ ਕੀਰਤਨ ਵਿੱਚ ਸ਼ਬਦ ਰੁਕਾ ਕੇ ਹੋਰ ਪੜ੍ਹਨ ਨੂੰ ਕਹਿੰਦਾ ਹੈ, ਜਾਂ ਉਹ ਸ਼ਬਦ ਦੀ ਨਿਰਾਦਰੀ ਹੈ। ਸੋ ਗੁਰੂ ਸਾਹਿਬ ਨੇ ਸਾਨੂੰ ਮਿੱਠ ਬੋਲਣਾ ਜੀ ਦਾ ਸਿਧਾਂਤ ਦਿੱਤਾ ਹੈ ਔਰ ਬਾਣੀ ਵਿੱਚ ਇਹ ਵੀ ਲਿਖਿਆ ਹੈ ਕਿ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਜੇ ਇਸ ਅਹੁਦੇ ਤੇ ਬੈਠ ਕੇ ਆਪਣੇ ਤੇ ਅਸਰ ਨਾ ਹੋਇਆ ਤਾਂ ਅਵਰ ਉਪਦੇਸ਼ਾ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ ਵਾਲੀ ਗੱਲ ਹੋਵੇਗੀ। ਸੋ ਸਮਝਾਉਣ ਦੇ ਤਰੀਕੇ ਹੋਰ ਵੀ ਹੁੰਦੇ ਹਨ। ਸੋ ਹੈੱਡ ਗ੍ਰੰਥੀ ਸਾਹਿਬ ਦੀ ਪਦਵੀ ਤੇ ਬੈਠ ਕੇ ਇਸ ਤਰ੍ਹਾਂ ਭੱਦੀ ਸ਼ਬਦਾਵਲੀ ਵਰਤਣੀ ਯੋਗ ਨਹੀਂ। ਦੂਸਰੇ ਭਾਈ ਰਣਜੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਵੀ ਰਾਗੀ ਸਿੰਘਾਂ ਨੂੰ ਅਪ ਸ਼ਬਦ ਬੋਲੇ ਗਏ ਹਨ। ਜਿਵੇਂ ਕਿ ਹੁਣੇ ਭਾਈ ਅਮਰਜੀਤ ਸਿੰਘ ਜੀ ਨੇ ਆਪ ਜੀ ਨੂੰ ਦੱਸਿਆ ਹੈ ਕਿ ਕੀਰਤਨ ਅਸੀਂ ਭਾਈ ਰਣਜੀਤ ਸਿੰਘ ਗੌਰ ਜੀ ਦੇ ਜਥੇਦਾਰ ਜੀ ਦੇ ਕਹਿਣ 'ਤੇ ਸ਼ੁਰੂ ਨਹੀਂ ਕੀਤਾ, ਅਤੇ ਉਹਨਾਂ ਦੇ ਕਹਿਣ 'ਤੇ ਅਸੀਂ ਖਤਮ ਛੱਡਣਾ ਨਹੀਂ, ਕਿਉਂਕਿ ਸਾਡੀ ਇਹ ਆਤਮਿਕ ਖੁਰਾਕ ਹੈ ਔਰ ਕੀਰਤਨ ਰਾਹੀਂ ਸਾਨੂੰ ਇਹ ਬਖਸ਼ਾਂ ਮਿਲੀਆਂ ਨੇ, ਸਤਿਕਾਰ ਮਿਲਦਾ ਹੈ। ਸੋ ਬੇਨਤੀ ਹੈ ਸਾਰਿਆਂ ਨੂੰ ਅਕਾਲ ਤਖਤ ਸਾਹਿਬ 'ਤੇ ਸੱਦ ਕੇ ਇੱਕ ਦੂਜੇ ਤੋਂ ਮਾफ़ੀ ਮੰਗਵਾਓ ਜਾਂ ਸਮਝਾਉਣ ਦਾ ਯਤਨ ਕਰੋ, ਇਸ ਵਿਵਾਦ ਨੂੰ ਖਤਮ ਕਰਾਓ ਜੀ, ਕਿਉਂਕਿ ਕੌਮ ਵਾਸਤੇ ਇਹ ਬਹੁਤ ਮੰਦਭਾਗੀ ਗੱਲ ਹੈ। ਸਭ ਦਾ ਸਤਿਕਾਰ ਅਤੀ ਜ਼ਰੂਰੀ ਹੈ। ਬਾਕੀ ਸਿੰਘ ਸਾਹਿਬ ਜੀ ਕਥਾ ਵਾਚਕਾਂ ਰਾਹੀਂ ਰਾਗੀ ਸਿੰਘਾਂ ਤੇ ਹੋਰ ਗੁਰੂ ਘਰ ਦੇ ਵਜ਼ੀਰਾਂ ਅਤੇ ਸੰਬੰਧਿਤ ਸੇਵਾਦਾਰਾਂ ਤੇ ਧਾਰਮਿਕ ਸਟੇਜਾਂ ਤੋਂ ਜਾਂ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਜੋ ਕਥਾ ਹੁੰਦੀ ਹੈ, ਇਹੋ ਜਿਹੀਆਂ ਟਿੱਪਣੀਆਂ ਨਾ ਕੀਤੀਆਂ ਜਾਣ ਤਾਂ ਕਿ ਇਹ ਵਿਵਾਦ ਵਧਾਇਆ ਨਾ ਜਾ ਸਕੇ। ਸੋ ਇਹ ਆਪ ਜੀ ਇਸ ਸਥਾਨ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਮੌਰ ਹਸਤੀ ਹੋ, ਜਥੇਦਾਰ ਦੀ ਅਹੁਦੇ 'ਤੇ ਬੈਠੇ ਹੋ। ਸੋ ਆਪ ਜੀ ਇਹਨਾਂ ਸਾਰਿਆਂ ਨੂੰ ਪ੍ਰੇਮ ਪਿਆਰ ਨਾਲ ਬੁਲਾ ਕੇ ਸਾਰਿਆਂ ਨੂੰ ਇਸ ਵਿਵਾਦ ਨੂੰ ਖਤਮ ਕਰਨ ਦੀ ਕਿਰਪਾਲਤਾ ਕਰੋ। ਧੰਨਵਾਦੀ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜਗਪ੍ਰੀਤ ਸਿੰਘ ਜੀ ਪਟਿਆਲੇ ਵਾਲੇ ਉਹ ਆਪਣੇ ਵਿਚਾਰ ਰੱਖਣਗੇ। ਗੁਰੂ ਸਵਾਰਿਓ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਕੋਈ ਕਲਾ ਨਹੀਂ ਹੈ, ਕੀਰਤਨ ਗਲਾ ਵੀ ਨਹੀਂ ਹੈ, ਕੀਰਤਨ ਬੰਦਗੀ ਹੈ। ਤੇ ਜੇ ਬੰਦਗੀ ਕਰਦਿਆਂ ਵਿੱਚ ਕੋਈ ਵਿਘਨ ਪਾਵੇ, ਕੀਰਤਨ ਕਰਦਿਆਂ ਜੇ ਕੋਈ ਵਿੱਚ ਵਿਘਨ ਪਾਵੇ, ਆਪਣੀ ਹਉਮੈ ਦੇ ਅਧੀਨ ਹੋ ਕੇ ਆਪਣੇ ਰੁਤਬੇ ਦੀ ਗਰਿਮਾ ਨੂੰ ਵਰਤਦਿਆਂ ਹੋਇਆਂ, ਤਾਂ ਇਹ ਬਹੁਤ ਵੱਡਾ ਗੁਨਾਹ ਹੈ, ਪਾਪ ਹੈ। ਭਾਵੇਂ ਕੋਈ ਵੀ ਕਰਨ ਵਾਲਾ ਹੋਵੇ, ਭਾਵੇਂ ਉਹ ਕਿਸੇ ਵੀ ਰੁਤਬੇ 'ਤੇ ਆਸੀਨ ਹੋਵੇ, ਗੁਰਮਤ ਅਨੁਸਾਰ ਇਹ ਯੋਗ ਨਹੀਂ। ਚਲਦੇ ਕੀਰਤਨ ਨੂੰ ਰੋਕਣਾ, ਕੀਰਤਨੀਆਂ ਨੂੰ ਮੰਦੇ ਅਲਫਾਜ਼ ਬੋਲਣੇ ਕਿ ਤੈਨੂੰ ਕੀਰਤਨ ਕਿਹਨੇ ਸਿਖਾਇਆ। ਸਾਰਾ ਪੰਥ ਜਾਣਦਾ ਹੈ, ਮੈਂ ਵਰਡਿੰਗ ਸ਼ਬਦ ਦੁਹਰਾਉਣਾ ਨਹੀਂ ਚਾਹੁੰਦਾ। ਇਹ ਸਾਰਾ ਕੁਝ ਗਲਤ ਹੋ ਰਿਹਾ, ਇਹ ਸਾਰਾ ਕੁਝ ਮਾਇਆ ਦੇ ਹਉਮੈ ਦੇ ਅਧੀਨ ਹੋਇਆ। ਇਹ ਸਾਰਾ ਵਰਤਾਰਾ, ਇਹ ਦੁਖਦਾਈ ਗੱਲ ਹੈ। ਗੁਰਸਿੱਖ ਦੇ ਅੰਦਰ ਜਦੋਂ ਹਉਮੈ ਆ ਜਾਂਦੀ ਹੈ ਨਾ, ਹਉਮੈ ਨਾਵੇਂ ਨਾਲ ਵਿਰੋਧ ਹੈ। ਤੇ ਜੇ ਸਾਡੇ ਜਥੇਦਾਰ ਹਉਮੈ ਅਧੀਨ ਹੋ ਕੇ ਇਹੋ ਜਿਹੇ ਵਿਚਾਰ, ਇਹੋ ਜਿਹੀਆਂ ਗੱਲਾਂ, ਇਹੋ ਜਿਹੀ ਸ਼ਬਦਾਵਲੀ ਵਰਤਣਗੇ, ਤਾਂ ਸਾਡੇ ਪੰਥ ਦੇ ਜਿਹੜੇ ਸਾਡੇ ਜਨਰੇਸ਼ਨ, ਸਾਡੇ ਬੱਚੇ, ਸੰਗਤ ਦੇ ਹਿਰਦਿਆਂ 'ਤੇ ਉਹਦਾ ਕੀ ਪ੍ਰਭਾਵ ਪਏਗਾ। ਸਾਨੂੰ ਆਪਣੇ ਰੁਤਬਿਆਂ ਨੂੰ ਧਿਆਨ ਵਿੱਚ ਰੱਖ ਕੇ ਅਲਫਾਜ਼ ਵਰਤਣੇ ਚਾਹੀਦੇ ਨੇ। ਜੇ ਕਿਸੇ ਨੂੰ ਡਾਂਟਣਾ ਵੀ ਹੈ ਨਾ, ਕਿਸੇ ਨੂੰ ਕੁਝ ਮਾੜਾ ਵੀ ਕਹਿਣਾ, ਉਹਨੂੰ ਹੋਰ ਤਰੀਕੇ ਨਾਲ, ਹੋਰ ਅਲਫਾਜ਼ਾਂ ਵਿੱਚ ਉਹਨੂੰ ਚੋਪੜ ਕੇ ਕਿਹਾ ਜਾ ਸਕਦਾ ਹੈ। ਕੀਰਤਨੀਆਂ ਸਾਰੇ ਸਿੰਘ ਸਾਹਿਬ ਦੇ ਬੱਚੇ ਨੇ, ਉਹਨਾਂ ਨੂੰ ਕਲਾਵੇ 'ਚ ਲੈ ਕੇ, ਗਲਵਕੜੀ 'ਚ ਲੈ ਕੇ ਘੂਰ ਕੇ ਸਮਝਾਇਆ ਜਾ ਸਕਦਾ ਕਿਸੇ ਵੀ ਤਰੀਕੇ ਨਾਲ। ਪਰ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਨਾ, ਮੈਨੂੰ ਇਸ ਚੀਜ਼ ਦਾ ਪਰਸਨਲੀ ਬੜਾ ਦੁੱਖ ਹੈ, ਇਸ ਗੱਲ ਦਾ, ਕਿ ਐਡੇ ਵਿਦਵਾਨ ਹੋ ਕੇ, ਉਮਰ ਦਰਾਜ਼ ਹੋ ਕੇ, ਐਡੇ ਵੱਡੇ ਰੁਤਬੇ 'ਤੇ ਬਹਿ ਕੇ ਕੋਈ ਗੁਰੂ ਕਾ ਸਿੱਖ, ਭਾਵੇਂ ਰੁਤਬਾ ਕੋਈ ਵੀ ਹੋਵੇ, ਮੈਂ ਫਿਰ ਕਹਿ ਰਿਹਾ, ਰੁਤਬਾ ਕੋਈ ਵੀ ਹੋਵੇ, ਕੋਈ ਵੀ ਗੁਰੂ ਕਾ ਸਿੱਖ ਜੇ ਮੰਦਾ ਫਿੱਕਾ ਬੋਲੇ, ਉਹ ਉਸ ਦੇ ਰੁਤਬੇ ਨੂੰ ਵੀ ਘਟਾਉਂਦਾ ਹੈ ਔਰ ਗੁਰਸਿੱਖੀ ਨੂੰ ਵੀ ਢਾਹ ਲਾਉਂਦਾ ਹੈ। ਦੂਸਰੀ ਗੱਲ, ਗੁਰੂ ਨਾਨਕ ਸਾਹਿਬ ਦਾ ਸਾਨੂੰ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਮੈਂ ਅੱਗੇ ਵੀ ਕਈ ਵਾਰ ਸੰਗਤ ਵਿੱਚ ਰੱਖਦਾ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ। ਸ਼ਹਿਦ ਦੀਆਂ ਮੱਖੀਆਂ ਸਾਰੀਆਂ ਕੋਲ ਡੰਗ ਮੌਜੂਦ ਹੁੰਦਾ ਹੈ। ਛੱਤੇ ਵਿੱਚ ਜੇ 10,000 ਮੱਖੀ ਹੈ, ਸਾਰਿਆਂ ਕੋਲ ਡੰਗ ਮੌਜੂਦ ਹੈ, ਉਹ ਵੀ ਇੱਕ ਦੂਜੇ ਨੂੰ ਡੰਗ ਸਕਦੀਆਂ ਨੇ, ਪਰ ਉਹ ਆਪਸ 'ਚ ਇੱਕ ਦੂਜੇ ਨੂੰ ਡੰਗ ਨਹੀਂ ਮਾਰਦੀਆਂ। ਉਹ ਦੂਜਿਆਂ ਵਾਸਤੇ ਵਰਤਿਆ ਜਾਂਦਾ। ਜੇ ਕੋਈ ਸ਼ਹਿਦ ਦੇ ਮੱਖੇ 'ਤੇ ਹਮਲਾ ਕਰਦਾ ਹੈ ਛੱਤੇ 'ਤੇ, ਉਦੋਂ ਡੰਗ ਦਾ ਇਸਤੇਮਾਲ ਕਰਦੀਆਂ ਨੇ। ਤੇ ਜੇ ਅਸੀਂ ਗੁਰੂ ਕੇ ਲਾਲ, ਗੁਰੂ ਕੇ ਸਿੱਖ, ਗੁਰੂ ਕੇ ਵਜ਼ੀਰ, ਗੁਰੂ ਕੇ ਕੀਰਤਨੀਏ, ਅਸੀਂ ਆਪਸ 'ਚ ਇੱਕ ਦੂਜੇ ਨੂੰ ਡੰਗ ਮਾਰੀ ਜਾਈਏ, ਉਹਦੇ ਨਾਲ ਪੰਥ ਦੀ ਪਗੜੀ ਨੂੰ, ਪੰਥ ਦੀ ਸ਼ੋਭਾ ਨੂੰ ਘਾਣ ਹੁੰਦਾ ਹੈ, ਨੁਕਸਾਨ ਹੁੰਦਾ ਹੈ। ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ, ਇਹ ਜਿੰਨੇ ਸਾਡੇ ਵੱਡੇ ਵੱਡੇ ਰੁਤਬਿਆਂ 'ਤੇ ਬਿਰਾਜਮਾਨ ਰੂਹਾਂ ਨੇ, ਗੁਰਸਿੱਖ ਨੇ, ਮੈਂ ਤਾਂ ਇਹਨਾਂ ਸਾਰਿਆਂ ਨੂੰ ਗੁਰਸਿੱਖ ਮੰਨਦਾ। ਇਹ ਸਾਰੇ ਗੁਰਸਿੱਖ ਪਹਿਲਾਂ ਨੇ, ਸਿੰਘ ਸਾਹਿਬ ਬਾਅਦ 'ਚ ਨੇ, ਜਥੇਦਾਰੀਆਂ ਬਾਅਦ 'ਚ ਨੇ। ਇਹ ਸਾਰੀਆਂ ਗੱਲਾਂ, ਹਜ਼ੂਰੀ ਰਾਗੀ ਹੋਣਾ ਵੀ ਬਾਅਦ ਦੀ ਗੱਲ ਹੈ। ਸਭ ਤੋਂ ਪਹਿਲਾਂ ਅਸੀਂ ਗੁਰਸਿੱਖ ਹਾਂ, ਤੇ ਜੇ ਗੁਰਸਿੱਖ ਹੋ ਤਾਂ ਗੁਰਸਿੱਖੀ ਕਮਾਓ। ਗੁਰਸਿੱਖੀ ਨਿਮਰਤਾ ਨਾਲ ਹੈ, ਗੁਰਸਿੱਖੀ ਮਿਠਾਸ ਨਾਲ ਹੈ, ਗੁਰਸਿੱਖੀ ਪ੍ਰੇਮ ਨਾਲ ਹੈ, ਗੁਰਸਿੱਖੀ ਝੁੱਕ ਕੇ ਹੈ, ਆਪਸ ਵਿੱਚ ਪਿਆਰ ਨਾਲ, ਮਿਲਵਰਤਨ ਨਾਲ। ਇਹ ਸਾਰੇ ਮਸਲੇ ਮੇਰਾ ਖਿਆਲ ਹੈ ਇਹਨੂੰ ਹੱਲ ਆਪਸ 'ਚ ਬਹਿ ਕੇ ਕਰ ਲੈਣੇ ਚਾਹੀਦੇ ਸੀ। ਇਹ ਗੱਲਾਂ ਤਾਂ ਬਾਹਰ ਆਉਣੀਆਂ ਹੀ ਨਹੀਂ ਚਾਹੀਦੀਆਂ ਸੀ। ਬਹੁਤ ਜਦੋਂ ਸਿਰੋਂ ਪਾਣੀ ਟੱਪ ਗਿਆ, ਤਾਂ ਮੈਨੂੰ ਲੱਗਦਾ ਰਾਗੀ ਸਿੰਘਾਂ ਨੇ ਆਪਣਾ ਦੁਖੜਾ ਸੰਗਤ ਦੇ ਸਾਹਮਣੇ ਰੱਖਿਆ। ਉਹ ਬਾਰ-ਬਾਰ ਵੀਡੀਓ 'ਚ ਕਹਿ ਰਹੇ ਨੇ ਕਿ ਅਸੀਂ ਇਹਨਾਂ ਦੇ ਗੋਡੇ ਫੜਦੇ ਰਹੇ ਹਾਂ, ਇਹਨਾਂ ਦੇ ਪੈਰੀ ਹੱਥ ਲਾਉਂਦੇ ਰਹੇ ਹਾਂ। ਪਰ ਇਹ ਦੁਖਦਾਈ ਜੋ ਕੁਝ ਵੀ ਹੋਇਆ, ਇਹ ਸਾਰਾ ਦੁਖਦਾਈ ਹੈ, ਇਹ ਹਿਰਦਿਆਂ ਨੂੰ ਚੋਟ ਪਹੁੰਚਾਉਣ ਵਾਲਾ ਹੈ। ਗੁਰਮਤ ਵਿੱਚ ਇਹ ਸਾਨੂੰ ਸ਼ੋਭਾ ਨਹੀਂ ਦਿੰਦਾ। ਗੁਰੂ ਨਾਨਕ ਦੇ ਘਰ ਦੇ ਕੀਰਤਨੀਏ, ਪ੍ਰਚਾਰਕ, ਚਾਹੇ ਉਹ ਗ੍ਰੰਥੀ ਸਾਹਿਬਾਨ, ਹੈੱਡ ਗ੍ਰੰਥੀ ਸਾਹਿਬਾਨ ਹੋਣ, ਰੁਤਬਾ ਕੋਈ ਵੀ ਹੋਵੇ, ਮੈਂ ਬਾਰ-ਬਾਰ ਕਹਿ ਰਿਹਾ, ਇਹ ਕਿਸੇ ਨੂੰ ਵੀ ਸ਼ੋਭਾ ਨਹੀਂ ਦਿੰਦਾ। ਇਸ ਕਰਕੇ ਮੇਰੀ ਬੇਨਤੀ ਹੈ ਕਿ ਜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਿੱਚ ਪੈ ਕੇ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਸਹਿਯੋਗ ਤਰੀਕੇ ਨਾਲ ਇਹਨੂੰ ਨਜਿੱਠ ਲਿਆ ਜਾਵੇ, ਤਾਂ ਕਿ ਸਾਡੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜਿਹੜਾ ਗੁਰੂ ਨਾਨਕ ਨਾਮ ਲੇਵਾ ਪੰਥ ਦੀ ਜਿਹੜੀ ਦਸਤਾਰ ਹੈ, ਉਹ ਦਸਤਾਰ ਨੂੰ ਕੋਈ ਦਾਗ ਨਾ ਲੱਗੇ, ਸਾਡੀ ਸ਼ੋਭਾ ਵਿੱਚ, ਪੰਥ ਦੀ ਸ਼ੋਭਾ 'ਚ ਫਰਕ ਨਾ ਪਵੇ। ਉਸ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਾਨੂੰ ਇਹ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਬੇਨਤੀ ਹੈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਐਡਿਟ ਕਰ ਲਓਗੇ, ਨਾਲ ਹੀ ਮੇਰੀ ਬੇਨਤੀ ਹੈ ਕਿ ਜਦੋਂ ਇਹ ਸਾਰਾ ਕੁਝ ਵਰਤਾਰਾ ਵਰਤਿਆ, ਉਸ ਤੋਂ ਬਾਅਦ ਕੁਝ ਕਥਾਵਾਚਕ, ਚਾਹੇ ਉਹ ਮੰਜੀ ਸਾਹਿਬ ਤੋਂ ਨੇ, ਚਾਹੇ ਉਹ ਤਖਤ ਸਾਹਿਬ ਤੋਂ, ਪਟਨਾ ਸਾਹਿਬ ਤੋਂ ਰਣਜੀਤ ਸਿੰਘ ਗੌਰ ਸਾਹਿਬ ਨੇ, ਚਾਹੇ ਕੋਈ ਵੀ ਸੱਜਣ ਹੈ, ਇਹ ਸ਼ੋਭਾ ਨਹੀਂ ਦਿੰਦਾ।
ਸ਼ੋਭਾ ਨਹੀਂ ਦਿੰਦਾ। ਜੇ ਕਿਤੇ ਚਿੱਕੜ ਹੋ ਗਿਆ ਹੈ ਤੇ ਅਸੀਂ ਉਹਦੇ 'ਚ ਵੱਟੇ ਮਾਰਨੇ ਸ਼ੁਰੂ ਕਰ ਦਈਏ, ਖੁਦਾ ਨਾ ਖਾਸਤਾ ਦੇਖੋ ਚਿੱਕੜ 'ਚ ਵੱਟੇ ਮਾਰਾਂਗੇ ਤਾਂ ਉਹਦੇ ਛਿੱਟੇ ਸਾਡੇ ਜਾਮਿਆਂ ਤੇ ਲੱਗਣਗੇ। ਸਾਡੇ ਸਾਰਿਆਂ ਦੇ ਜਾਮੇ ਚਿੱਟੇ ਨੇ। ਮੈਂ ਗੌਰ ਸਾਹਿਬ ਨੂੰ ਵੀ ਨਾਲੇ ਕਹਿ ਦਿਆਂ ਵੀ ਤੁਸੀਂ ਵੀ, ਤੁਹਾਡਾ ਵੀ ਜਾਮਾ ਚਿੱਟਾ, ਮੇਰਾ ਵੀ ਜਾਮਾ ਚਿੱਟਾ ਹੈ। ਇਹ ਸਾਨੂੰ ਸ਼ੋਭਾ ਨਹੀਂ ਦਿੰਦਾ ਕਿ ਅਸੀਂ ਕਿਤੇ ਵੀ ਖਲੋਤੇ ਚਿੱਕੜ 'ਚ ਵੱਟੇ ਮਾਰ ਕੇ ਤੇ ਅਸੀਂ ਇਹ ਕੰਮ ਕਰੀਏ, ਨਹੀਂ ਸਾਨੂੰ ਸ਼ੋਭਾ ਦਿੰਦਾ। ਇਹ ਉਹ ਜਿਹੀ ਟਿੱਪਣੀਆਂ ਜਿਹੜੀਆਂ ਨੇ ਉਹ ਦਿਲਾਂ ਨੂੰ ਚੋਟ ਪਹੁੰਚਾਉਂਦੀਆਂ ਨੇ। ਕਿਉਂ ਨਾ ਅਸੀਂ ਨਿਮਰਤਾ ਦੇ ਘਰ ਵਿੱਚ ਆ ਕੇ ਮਸਕੀਨ ਸਾਹਿਬ ਦੇ ਨਾਮ ਨੂੰ ਮੁੱਖ ਰੱਖ ਕੇ, ਕਿਉਂਕਿ ਅਸੀਂ ਉਹਨਾਂ ਦੇ ਵਿਦਿਆਰਥੀ ਹਾਂ, ਮੈਂ ਵੀ ਮਸਕੀਨ ਸਾਹਿਬ ਦਾ ਵਿਦਿਆਰਥੀ ਹਾਂ ਤੇ ਗੌਰ ਸਾਹਿਬ ਵੀ ਉਹਨਾਂ ਦੇ ਵਿਦਿਆਰਥੀ ਨੇ। ਉਹ ਮੇਰੇ ਤੋਂ ਬਹੁਤ ਸੀਨੀਅਰ ਨੇ, ਉਹਨਾਂ ਬੜਾ ਲੰਮਾ ਸਮਾਂ ਉਹਨਾਂ ਦੀ ਮਹਾਂਪੁਰਖਾਂ ਦੀ ਸੰਗਤ ਹੰਢਾਈ ਹੈ ਮਸਕੀਨ ਸਾਹਿਬ ਦੀ। ਕਿਉਂ ਨਾ ਆਪਾਂ ਨਿਮਰਤਾ ਦੇ ਘਰ ਵਿੱਚ ਆ ਕੇ ਦੋ ਹੱਥ ਜੋੜ ਕੇ ਕੀਰਤਨੀ ਭਰਾਵਾਂ ਕੋਲੋਂ ਮਾफ़ੀ ਮੰਗ ਲਈਏ। ਉਸ ਨਾਲ ਅਸੀਂ ਹੋਰ ਵੱਡੇ ਹੋ ਜਾਵਾਂਗੇ, ਛੋਟੇ ਨਹੀਂ ਹੋਵਾਂਗੇ। ਇਹ ਮੇਰੀ ਬੇਨਤੀ ਹੈ ਗੌਰ ਸਾਹਿਬ ਨੂੰ ਵੀ ਆਪਾਂ ਜਿਹੜੇ ਆਪਾਂ ਲਫ਼ਜ਼ ਬੋਲੇ ਨੇ ਆਪਣੇ ਅਲਫਾਜ਼ ਵਾਪਸ ਲਏ ਜਾਣ ਤੇ ਕੀਰਤਨੀ ਭਰਾਵਾਂ ਤੋਂ ਮਾफ़ੀ ਮੰਗ ਲਈ ਜਾਵੇ, ਤਾਂ ਕਿ ਆਪਸ 'ਚ ਸਾਡੇ ਜਿਹੜੇ ਵਿਥਾਂ ਨਾ ਪੈਣ ਹਿਰਦਿਆਂ ਦੇ ਵਿੱਚ, ਸਾਡੇ ਪਿਆਰਾਂ ਵਿੱਚ ਫਿੱਕ ਨਾ ਪਏ, ਮੁਹੱਬਤ ਵਿੱਚ ਫਿੱਕ ਨਾ ਪਏ। ਜਦੋਂ ਅਸੀਂ ਫਿਰ ਮਿਲੀਏ ਕਰੋਨਾ ਕਾਲ ਤੋਂ ਬਾਅਦ, ਹੁਣ ਤੇ ਕਰੋਨਾ ਜੱਫੀ ਨਹੀਂ ਪਾਉਣ ਦਿੰਦਾ, ਤੇ ਬਾਅਦ 'ਚ ਜਦੋਂ ਮਿਲੀਏ ਜੱਫੀ ਪਾ ਕੇ ਮਿਲੀਏ। ਇਹ ਸਿੱਖਾਂ ਦੀ ਜੱਫੀ ਆਪਸ 'ਚ ਗੱਲ ਵਕੜੀ ਪਈ ਰਵੇ। ਇਸ ਕਰਕੇ ਬੇਨਤੀ ਹੈ, ਗੁਰਸਿੱਖਾਂ ਇੱਕੋ ਪਿਆਰ, ਗੁਰਮਿਤਾਂ ਪੁੱਤਾਂ ਭਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਭਾਈ ਸਾਹਿਬ ਬੋਹੜ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਆਪਣੇ ਵਿਚਾਰ ਸੰਗਤਾਂ ਦੇ ਸਨਮੁਖ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰ ਕੇ ਯੋਗ ਗੁਰੂ ਕੇ ਦਰੋਂ ਘਰੋਂ ਵਰਸਾਏ ਸਾਡੇ ਪਟਿਆਲਾ ਸ਼ਹਿਰ ਦੇ ਸਰਮੌਰ ਕੀਰਤਨੀਏ ਗੁਰੂ ਕੇ ਸਿੰਘ ਅੱਜ ਇੱਥੇ ਉਹ ਘਟਨਾ ਨੂੰ ਲੈ ਕੇ ਚਿਤੰਤਰ ਹੋ ਕੇ ਇਸ ਵਿਸ਼ੇ 'ਤੇ ਇਕੱਠੇ ਹੋ ਕੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਹਨ ਕਿ ਜਿਹੜਾ ਇਹ ਵਿਵਾਦ ਸ਼ੁਰੂ ਹੋਇਆ, ਦੋਵੇਂ ਧਿਰਾਂ ਸਤਿਕਾਰਕ ਹਨ ਤੇ ਇਹ ਵਿਵਾਦ ਨੂੰ ਛੇਤੀ ਤੋਂ ਛੇਤੀ ਖਤਮ ਕਰ ਲੈਣਾ ਚਾਹੀਦਾ, ਕਿਉਂਕਿ ਰਾਗੀ ਸਿੰਘ ਵੀ ਸਤਿਕਾਰ ਕੇ ਯੋਗ ਹਨ ਤੇ ਗ੍ਰੰਥੀ ਸਿੰਘ ਵੀ। ਇੱਕ ਆਮ ਧਾਰਨਾ ਪਿੱਛੇ ਚੱਲੀ ਹੁੰਦੀ ਸੀ ਕਿ ਜਦੋਂ ਇੱਕ ਸ਼ਬਦ ਸ਼ੁਰੂ ਕਰ ਲਿਆ ਜਾਂਦਾ ਸੀ ਨਾ, ਉਹਨੂੰ ਇਹ ਕਿਹਾ ਜਾਂਦਾ ਸੀ ਕਿ ਅੱਧ ਵਿੱਚ ਨਹੀਂ ਛੱਡਣਾ, ਉਹਨੂੰ ਸੰਪੂਰਨ, ਭਾਵੇਂ ਉਹ ਛੇਤੀ ਕਰ ਦਿੱਤਾ ਜਾਵੇ, ਲੇਕਿਨ ਉਹਨੂੰ ਸੰਪੂਰਨ ਕਰਨ ਤੋਂ ਬਾਅਦ ਹੀ ਅਗਲਾ ਸ਼ਬਦ ਸ਼ੁਰੂ ਕੀਤਾ ਜਾਂਦਾ ਸੀ। ਇਹ ਸਭ ਕੁਝ ਜਾਣਦਿਆਂ ਬੁੱਝਦਿਆਂ ਗਿਆਨੀ ਜੀ ਹੋਰਾਂ ਨੇ, ਹੈਡ ਗ੍ਰੰਥੀ ਸਾਹਿਬ ਹੋਰਾਂ ਨੇ ਉਸ ਮਹਾਨ ਅਸਥਾਨ ਦੇ ਉੱਤੇ ਰਾਗੀ ਸਿੰਘਾਂ ਨੂੰ ਟੋਕ ਕੇ ਕੀਰਤਨ ਚਲਦੇ ਦੇ ਵਿੱਚੋਂ ਸ਼ਬਦ ਨੂੰ ਅੱਧ ਵਿੱਚ ਰੋਕ ਕੇ ਦੂਜਾ ਸ਼ਬਦ ਸ਼ੁਰੂ ਕਰਾਉਣਾ ਜਾਣ ਕੇ ਕੀਤੀ ਹੋਈ ਇੱਕ ਬੱਜਰ ਗਲਤੀ ਹੈ ਜੋ ਨਹੀਂ ਸੀ ਹੋਣੀ ਚਾਹੀਦੀ। ਇਸ ਤੋਂ ਇਲਾਵਾ ਵੀ ਉਹਨਾਂ ਨੇ ਆਪਣੀ ਜਿਹੜੀ ਸ਼ਬਦਾਵਲੀ ਹੈ ਉਹ ਬੜੇ ਹੀ ਭੈੜੇ ਢੰਗ ਨਾਲ ਪ੍ਰਯੋਗ ਕਰਕੇ ਰਾਗੀ ਸਿੰਘਾਂ ਦਾ ਨਿਰਾਦਰ ਕੀਤਾ ਜੋ ਨਹੀਂ ਹੋਣਾ ਚਾਹੀਦਾ ਸੀ। ਤੋਂ ਮੈਂ ਫਿਰ ਵੀ ਆਪਣੇ ਨਿਮਰਤਾ ਨੂੰ ਬਰਕਰਾਰ ਰੱਖਦਿਆਂ ਇਹ ਕਹਾਂਗਾ ਕਿ ਉਹ ਆਪਣੀ ਥਾਈਂ ਉਹ ਸਤਿਕਾਰ ਨੂੰ ਬਰਕਰਾਰ ਰੱਖਣ ਤੇ ਜਿਹੜੇ ਗੁਰੂ ਕੇ ਕੀਰਤਨੀਏ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਨੰਗੇ ਪੈਰੀਂ ਜਾ ਕੇ ਕੀਰਤਨ ਦਾ ਸਤਿਕਾਰ ਕੀਤਾ, ਉਹ ਥਾਂ ਦੇ ਉੱਤੇ ਜਿਹੜੇ ਅੱਜ ਸੇਵਾ ਨੂੰ ਨਿਰੰਤਰ ਨਿਭਾ ਰਹੇ ਨੇ, ਉਹਨਾਂ ਰਾਗੀ ਜਥਿਆਂ ਦਾ ਵੀ, ਉਹਨਾਂ ਸਿੰਘਾਂ ਦਾ ਵੀ ਸਤਿਕਾਰ ਬਰਕਰਾਰ ਰਹਿਣਾ ਚਾਹੀਦਾ। ਤੋ ਕਿਰਪਾ ਕਰਕੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦਿਆਂ ਸਾਰੇ ਮਸਲੇ ਜਿਹੜੇ ਨੇ ਹੱਲ ਕਰ ਲੈਣੇ ਚਾਹੀਦੇ ਨੇ। ਇਹ ਵਿਵਾਦ ਹਾਲੀ ਠੰਡਾ ਨਹੀਂ ਸੀ ਪਿਆ ਤੇ ਉਹ ਬਲਦੀ ਦੇ ਵਿੱਚ ਤੇਲ ਪਾਉਣ ਵਾਲਾ ਕੰਮ ਕੀਤਾ ਗੌਰ ਸਾਹਿਬ ਨੇ। ਜੇ ਮੈਂ ਆਪਣੀ ਕਿਸੇ ਰਾਗੀ ਸਿੰਘਾਂ ਦੀ ਮੱਤ ਅਨੁਸਾਰ ਨਹੀਂ, ਇਹ ਮੈਂ ਆਪਣੀ ਮੱਤ ਅਨੁਸਾਰ ਕਹਿ ਰਿਹਾ ਕਿ ਗੌਰ ਸਾਹਿਬ ਤੁਹਾਨੂੰ ਤਾਂ ਗਿਣਤੀ ਦੇ 4 ਹੀ ਲਫ਼ਜ਼ ਹੀ ਆਉਂਦੇ ਨੇ ਜਿਹੜੇ ਤੁਸੀਂ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਪਤਾ ਨਹੀਂ ਕਿਹੜੀ ਸ਼ਬਦਾਵਲੀ ਵਰਤਦੇ ਹੋ, ਜਦ ਕਿ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਹੀ ਸ਼ਬਦ ਹਨ ਜਿਹੜੇ ਵਰਤੇ ਜਾ ਸਕਦੇ ਹਨ। ਨਾ ਵਰਤ ਕੇ ਆਪਣੇ ਆਪ ਨੂੰ ਤੁਸੀਂ ਇੱਕ ਬੜਾ ਸਿਆਣਾ ਤੇ ਸੂਝਵਾਨ ਹੋਣ ਦਾ ਸਬੂਤ ਦਿੰਦੇ ਹੋ। ਤੁਹਾਡਾ ਸੂਝਵਾਨ ਤੇ ਸਿਆਣਪ ਦਾ ਪਤਾ ਇਹਨਾਂ ਲਫ਼ਜ਼ਾਂ ਤੋਂ ਚੱਲ ਜਾਏ ਕਿ ਤੁਸੀਂ ਕਿਹਾ ਕਿ ਕੀਰਤਨ ਛੱਡ ਕੇ ਰਕਸ਼ਾ ਚਲਾਉਣ ਲੱਗ ਜਾਓ। ਕਿੱਡੀ ਮਾੜੀ ਗੱਲ ਹੈ।
ਗੁਰੂ ਕੇ ਕੀਰਤਨੀਆਂ ਵਾਸਤੇ ਇਹੋ ਜੀ ਗੱਲ ਕਰਨੀ। ਮੈਂ ਕਹਾਂਗਾ ਕਿ ਗੌਰ ਸਾਹਿਬ ਵੀ ਛੇਤੀ ਤੋਂ ਛੇਤੀ ਆਪਣੀ ਇਸ ਕੀਤੀ ਗੁਸਤਾਖੀ ਦੀ ਮਾਫੀ ਮੰਗ ਕੇ ਸੁਰਖਰੂ ਹੋਣ ਤੇ ਅੱਗੇ ਤੋਂ ਰਾਗੀ ਸਿੰਘਾਂ ਵਾਸਤੇ, ਕੀਰਤਨੀ ਸਿੰਘਾਂ ਵਾਸਤੇ ਇਹੋ ਜਿਹੇ ਅਲਫਾਜ਼ ਨਾ ਵਰਤਣ। ਮੈਂ ਗੁਜ਼ਾਰਿਸ਼ ਕਰਦਾ ਤੇ ਆਪਣੀ ਬੇਨਤੀ ਨੂੰ ਇੱਥੇ ਹੀ ਸਮਾਪਤ ਕਰਕੇ ਭਾਈ ਸਾਹਿਬ ਸਤਿਕਾਰ ਕੇ ਯੋਗ ਭਾਈ ਸਾਹਿਬ ਭਾਈ ਨਛੱਤਰ ਸਿੰਘ ਜੀ ਸਾਡੇ ਸ਼ਹਿਰ ਦੇ ਨਾਮਵਰ ਕੀਰਤਨੀਏ, ਉਹ ਵੀ ਇਸ ਸਭਾ ਦੇ ਵਿੱਚ ਮੌਜੂਦ ਹਨ। ਮੈਂ ਉਹਨਾਂ ਨੂੰ ਕਹਾਂਗਾ ਕਿ ਉਹ ਵੀ 2 ਮਿੰਟ ਕੈਮਰੇ 'ਤੇ ਆਉਣ ਅਤੇ ਆਪਣੇ ਵਿਚਾਰ ਸਾਂਝੇ ਕਰਨ, ਆਪਣਾ ਸੁਨੇਹਾ ਉਹਨਾਂ ਸ਼ਖਸੀਅਤਾਂ ਤੱਕ ਪਹੁੰਚਾਉਣ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਸਾਰੇ ਹੀ ਦੇਸ਼ ਵਿਦੇਸ਼ ਵਿੱਚ ਵੱਸਦੇ ਰਾਗੀ ਸਿੰਘਾਂ ਦਾ ਹਿਰਦਾ ਜਿਹੜਾ ਉਹ ਦੁਖੀ ਹੋਇਆ ਅਤੇ ਆਪਣੀ ਗਲਤੀ ਦਾ ਅਹਿਸਾਸ ਉਹਨਾਂ ਨੂੰ ਹੋਵੇ। ਮੈਂ ਗਿਆਨੀ ਜੀ ਹੋਰਾਂ ਨੂੰ, ਭਾਈ ਸਾਹਿਬ ਭਾਈ ਨਛੱਤਰ ਸਿੰਘ ਜੀ ਹੋਰਾਂ ਨੂੰ ਕਹਾਂਗਾ ਕਿ ਉਹ ਇੱਥੇ ਮਾਈਕ 'ਤੇ ਆਉਣ ਅਤੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨ ਅਤੇ ਸਿੰਘ ਸਾਹਿਬ ਜੀ ਹੋਰਾਂ ਨੂੰ ਵੀ ਆਪਣਾ ਸੁਨੇਹਾ ਜਿਹੜਾ ਉਹ ਪਹੁੰਚਦਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਪਰਮ ਸਤਿਕਾਰਯੋਗ ਸਰਬੱਤ ਰਾਗੀ ਸਾਹਿਬਾਨ, ਕਥਾਵਾਚਕ ਔਰ ਸੁਲਝੇ ਹੋਏ ਗੁਰਸਿੱਖ ਵਿਦਵਾਨ ਅੱਜ ਪਟਿਆਲੇ ਦੀਆਂ ਸੂਹ ਸੰਗਤਾਂ ਵੱਲੋਂ ਵੀ ਇਕੱਤਰਤ ਹੋ ਬੈਠੇ ਨੇ। ਸਰਬੱਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਬਾਰਾ ਫਿਰ ਕਿਰਪਾ ਕਰੋ, ਗੱਜ ਕੇ ਫਤਿਹ ਕੇ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾਸ ਨੂੰ ਵੀ ਲਗਭਗ 60 ਸਾਲ ਕੀਰਤਨ ਕਰਦਿਆਂ ਹੋ ਚੁੱਕੇ ਨੇ ਔਰ ਕੋਈ ਰਾਗੀ ਸਿੰਘ ਸਾਡੇ 'ਚੋਂ ਜਿੰਨੇ ਵੀ ਸਿਆਣੇ ਸੱਜਣ ਬੈਠੇ ਨੇ, ਕੋਈ 40 ਸਾਲ ਦਾ ਕੀਰਤਨ ਕਰਦਾ, ਕੋਈ 30 ਸਾਲ ਦਾ, ਕੋਈ 50 ਸਾਲ ਦਾ, 70 ਸਾਲ ਤੱਕ ਵੀ ਇੱਥੇ ਰਾਗੀ ਸਿੰਘ ਮੌਜੂਦ ਨੇ ਔਰ ਜਿਹੜੇ ਸਾਬਤ ਸੂਰਤ ਨੇ ਔਰ ਪੂਰੀ ਮਰਿਆਦਾ ਨਿਭਾਉਂਦੇ ਨੇ ਔਰ ਮਰਿਆਦਾ ਨਿਭਾਉਂਦਿਆਂ ਕਿਸੇ ਕੋਲੋਂ ਕੋਈ ਹੋ ਸਕਦਾ ਕਿਸੇ ਵੇਲੇ ਭੁੱਲ ਵੀ ਹੋ ਗਏ। ਭੁੱਲਣ ਅੰਦਰ ਸਭ ਕੋ ਆ ਨਾ, ਇਹ ਮੰਨਣਾ ਪਏਗਾ। ਅਸੀਂ ਤਾਂ ਕਈ ਵਾਰੀ ਕੱਪੜੇ ਪਾਉਣੇ ਭੁੱਲ ਜਾਂਦੇ ਆ ਅਤੇ ਕਈ ਵਾਰੀ ਮਰਿਆਦਾ ਨਿਭਾਉਣੀ ਸਾਡੀ ਜਿੱਥੇ ਮਰਿਆਦਾ ਹੁੰਦੀ ਵੀ ਇੱਥੇ ਤੁਸੀਂ ਓਨਲੀ ਕਸ਼ਹਿਰਾ ਪਾ ਕੇ ਕੀਰਤਨ ਕਰਨਾ ਹੈ ਅਤੇ ਉਹ ਵੀ ਅਸੀਂ ਭੁੱਲ ਜਾਂਦੇ ਹਾਂ ਵੀ ਕੀਰਤਨ, ਅਤੇ ਫਿਰ ਹੋਰ ਕਕਾਰ ਵੀ ਭੁੱਲਦੇ ਹੀ ਹੋਵਾਂਗੇ। ਕੀਰਤਨ ਕਸ਼ਹਿਰੇ ਨੂੰ ਮੈਂ ਕਹਿ ਨਹੀਂ ਸਕਦਾ ਕੁਛ ਵਾਹਿਗੁਰੂ, ਪਰ ਇਹ ਸਾਨੂੰ ਸਾਰਿਆਂ ਨੂੰ ਹੀ, ਜਿਵੇਂ ਮੈਂ ਇਹ ਲਫ਼ਜ਼ ਵਰਤਿਆ ਹੈ ਬਹੁਤ ਗਲਤ ਵਰਤਿਆ, ਪਰ ਵਰਤਣਾ ਨਹੀਂ ਚਾਹੀਦਾ ਸੀ, ਪਰ ਕਿ ਆਪ ਨੇ ਹਿਰਦੇ ਨੂੰ ਇੰਨਾ ਦੁਖਾ ਦਿੱਤਾ ਹੈ, ਇੰਨਾ ਵੱਡਾ ਦੁੱਖ ਦਿੱਤਾ ਹੈ ਕਿ ਜਿਹਨੂੰ ਅਸੀਂ ਕਦੇ ਅੱਜ ਤੱਕ ਸੁਣਿਆ ਹੀ ਨਹੀਂ ਸੀ। ਗੁਰੂ ਅਰਜਨ ਸਾਹਿਬ ਸਤਿਕਾਰ, ਜਿਨ੍ਹਾਂ ਨੇ ਸਤਿਗੁਰਾਂ ਨੇ ਆਪ ਇਹ ਪਾਵਨ ਮਰਿਆਦਾ ਸਾਰੀਆਂ ਰਾਇਤ ਕੀਤੀਆਂ ਨੇ, ਬੰਨੀਆਂ ਨੇ, ਬਣਾਈਆਂ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਇਹ ਕੀਰਤਨ ਦੀ ਪਰੰਪਰਾ ਸ਼ੁਰੂ ਹੋਈ ਔਰ ਜਿਨ੍ਹਾਂ ਨੇ ਇਹ ਪਰੰਪਰਾ ਨੂੰ ਇੱਕ ਸੀਮਾ ਵਿੱਚ ਰੱਖਦਿਆਂ ਨਾ ਹੋਇਆ ਭਾਈ ਮਰਦਾਨਾ ਜੀ ਇਸਲਾਮ ਧਰਮ 'ਚੋਂ ਨੇ, ਮੁਸਲਮਾਨ 'ਚੋਂ ਨੇ, ਕਿਉਂਕਿ ਸਾਰਿਆਂ ਬਰਾਦਰੀਆਂ ਨੂੰ ਸਤਿਗੁਰੂ ਨੇ ਇਕੱਠੇ ਕਰਨ ਦਾ ਯਤਨ ਕੀਤਾ ਅਤੇ ਆਪਾਂ ਤਾਂ ਆਪਣੀ ਬਰਾਦਰੀ ਨੂੰ ਤੋੜਨ ਲੱਗੇ। ਇਹ ਕਿੱਥੇ ਹੋਏਗਾ? ਕਿੱਥੇ ਆਪਾਂ ਗੁਰੂ ਨਾਨਕ ਦੇ ਕਥਾਵਾਚਕ, ਉਹਦੇ ਜਥੇਦਾਰ, ਉਹਦੇ ਸਾਰਾ ਕੁਛ ਕਹਾਉਣ ਵਾਲੇ, ਅਸੀਂ ਤਾਂ ਆਪਣੀ ਕੌਮ ਨੂੰ ਅੱਗੇ ਹੀ ਵੰਡੀ ਹੋਈ ਨੂੰ ਹੋਰ ਵੰਡਣ ਲੱਗ ਗਏ ਬਰੀਕੀ ਨਾਲ, ਕਿਉਂਕਿ ਅਸੀਂ ਸਾਡੇ ਨਾਲੋਂ ਕੌਮ ਦੇ ਵਿੱਚ ਜਾਣਦਾ ਜ਼ਿਆਦਾ ਜਾਣ ਨਹੀਂ ਸਕਦਾ ਕੋਈ। ਅਤੇ ਜਿੱਥੇ ਭਾਈ ਸਤਿਗੁਰੂ ਨੇ ਤੁਹਾਡੇ 'ਤੇ ਸਿਰ 'ਤੇ ਹੱਥ ਰੱਖਿਆ, ਉਹ ਸਿਰ ਤੋਂ ਹੱਥ ਲਾਓ ਨਾ, ਉਹਨੂੰ ਹੋਰ ਮਜ਼ਬੂਤ ਕਰਨ ਦਾ ਆਪਾਂ ਯਤਨ ਕਰੀਏ। ਮੈਂ ਇਸ ਗੱਲ 'ਚ ਨਹੀਂ ਪਵਾਂਗਾ ਕਿਹਨੇ ਕੀ ਆਖਿਆ। ਆਪਾਂ ਸਾਰੇ ਇਹਨਾਂ ਨੂੰ ਇੱਕੋ ਬੇਨਤੀ ਹੈ ਕਿ ਇਹਨੂੰ ਮੀਡੀਆ ਦੇ ਵਿੱਚ ਹੋਰ ਨਾ ਉਛਾਲੀਏ, ਇਸ ਤੋਂ ਬਾਅਦ ਬੰਦ ਕਰ ਦੇ ਦਈਏ। ਇਹ ਸਭ ਜਥੇਦਾਰ ਸਾਹਿਬਾਨਾਂ ਨੂੰ, 5 ਹੀ ਜਥੇਦਾਰ ਸਾਹਿਬਾਨਾਂ ਨੂੰ ਹੱਥ ਜੋੜ ਕੇ ਸਾਡੇ ਪਟਿਆਲੇ ਦੀ ਸਭਾ, ਹੋਰ ਹਿੰਦੁਸਤਾਨ ਦੀਆਂ ਸਭਾ ਸਾਰੀਆਂ ਵੱਲੋਂ ਹੀ ਮੈਂ ਹੱਥ ਜੋੜ ਕੇ ਮਿਹਨਤ ਕਰਦਾ ਹਾਂ, ਜੋਦੜੀ ਹੈ ਕਿ ਗੌਰ ਸਾਹਿਬ ਹੋਰੀ ਆਪ ਆ ਕੇ ਸਗੋਂ, ਕਿਉਂਕਿ ਇਹ ਤਾਂ ਕੀਰਤਨੀਆਂ ਨਾਲ ਬਹੁਤ ਪਿਆਰ ਕਰਦੇ ਨੇ, ਅਸੀਂ ਮੈਂ ਨੇੜੇ ਤੋਂ ਜਾਣਦਾ ਅਤੇ ਇਤਨਾ ਪਿਆਰ ਕਰਨ ਵਾਲੀ ਆਤਮਾ ਮੈਨੂੰ ਨਹੀਂ ਉਮੀਦ ਵੀ ਇਹਨਾਂ ਨੇ ਕਿਹਾ ਹੋਊਗਾ, ਕਿਉਂਕਿ ਮੈਂ ਸੁਣਿਆ ਨਹੀਂ। ਇਸ ਲਈ ਜੇ ਉਹਨਾਂ ਨੇ ਕਿਹਾ ਹੈ, ਜੇ ਤੁਸੀਂ ਕਿਹਾ ਹੈ ਤਾਂ ਜ਼ਰੂਰ ਆਪਦੋਂ ਖਿਮਾ ਮੰਗਣ ਤੋਂ ਤੁਸੀਂ ਵੱਡੇ ਹੋਵੋਗੇ, ਛੋਟੇ ਨਹੀਂ ਹੋਵੋਗੇ। ਸਿੰਘ ਸਾਰੇ ਵਿੱਚੋਂ ਆਵਾਜ਼ਾਂ ਆ ਰਹੀਆਂ ਕਿ ਕਹਿ ਰਹੇ ਨਹੀਂ ਜੀ ਕਿਹਾ ਇਹਨਾਂ ਨੇ, ਲਾਈਵ ਕਿਹਾ ਹੈ। ਇਹ ਤਾਂ ਬਹੁਤ ਹੀ
ਮਤਲਬ ਕੀ ਕਮਾਂ ਇਹਦੇ ਲਈ, ਤਾਂ ਮੇਰੇ ਕੋਲ ਤਾਂ ਸ਼ਬਦ ਹੀ ਹੈ ਨਹੀਂ ਕੋਈ, ਹੈ ਨਾ। ਇਸ ਤੋਂ ਮੰਦੀ ਗੱਲ ਕੋਈ ਹੋ ਨਹੀਂ ਸਕਦੀ। ਸਾਡੇ ਸਭ ਤੋਂ ਮਾੜੇ ਭਾਗ ਹੋ ਗਏ, ਜਿੱਥੇ ਭਾਈ ਗੁਰਦਾਸ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਕਿਹਾ ਨਾ, ਤੇ ਉਸ ਸੀਟ ਤੇ ਬਹਿਣ ਵਾਲਿਓ ਆਪਾਂ ਇਹ ਕਹਿ ਦਿੱਤਾ ਸਭ ਤੋਂ ਮਾੜੇ ਭਾਗ। ਸੰਗਤਾਂ ਨੂੰ ਕੀਰਤਨ ਕੌਣ ਸੁਣਾਏਗਾ ਜੇ ਆਪਾਂ ਹੀ ਇਹ ਕੰਮ ਕਰਾਂਗੇ ਤਾਂ। ਇਸ ਲਈ ਕਿਰਪਾ ਕਰੋ, ਮਿਹਰ ਕਰੋ। ਖਿਮਾ ਮੰਗਣ ਨਾਲ ਜਾਚਨਾ ਕਰਨਾ ਆਪਾਂ ਛੋਟੇ ਨਹੀਂ ਹੁੰਦੇ। ਜਦੋਂ ਜਾਚਨਾ ਕਰ ਲਈ ਨਾ, ਜੇ ਸੱਤੇ ਬਲਵੰਡੇ ਨੂੰ ਅਸੀਂ ਸਾਡੇ ਉਦਾਹਰਨਾਂ ਦਿੰਦੇ ਹੋ, ਜਦੋਂ ਉਹਨਾਂ ਨੇ ਜਾਚਨਾ ਕਰ ਲਈ ਨਾ, ਤੇ ਉਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਥਾਂ ਮਿਲ ਗਈ। ਥਾਂ ਸਾਡਾ ਇੱਕ ਸ਼ਬਦ ਨਹੀਂ ਹੈਗਾ, ਸਾਨੂੰ ਮੱਥਾ ਟੇਕਣਾ ਨਹੀਂ ਆਇਆ। ਜਿਸ ਸੱਤੇ ਬਲਵੰਡੇ ਦੀ ਆਪਾਂ ਉਦਾਹਰਨ ਦਿੰਦੇ ਹਾਂ, ਉਹ ਸੱਤੇ ਬਲਵੰਡੇ ਨੇ ਤਾਂ ਤੁਹਾਨੂੰ ਸਾਨੂੰ ਸਾਰਿਆਂ ਨੂੰ ਕੀਰਤਨ ਦੀਆਂ ਤੇ ਕਥਾ ਦੀਆਂ ਦਾਤਾਂ ਦਿੱਤੀਆਂ। ਇਹ ਕਿਉਂ ਭੁੱਲਦੇ ਹਾਂ? ਉਹਨਾਂ ਨੇ ਆਪਣੇ ਆਪ ਨੂੰ ਕੁਸ਼ਟ ਦਾ ਰੋਗ ਪਵਾ ਕੇ, ਕੁਸ਼ਟ ਦਾ ਰੋਗ ਆਪਣੇ ਆਪ ਨੂੰ ਕਰਵਾਇਆ। ਇਹ ਸਾਰੀ ਖੇਡ ਗੁਰੂ ਸਾਹਿਬ ਦੀ ਹਾਜ਼ਰੀ 'ਚ ਰਚੀ ਗਈ। ਪਰ ਮਤ ਜਾਣੋ, ਕੋਈ ਸੱਤਾ ਬਲਵੰਡੇ ਨੂੰ ਤਾਂ ਬਖਸ਼ਾਉਣ ਵਾਲਾ ਭਾਈ ਲੱਧਾ ਪਰਪਕਾਰੀ ਸੀ, ਤੇ ਅੱਜ ਪਹਿਲਾਂ ਪਰਪਕਾਰੀ ਲੱਭ ਲਓ ਕੋਈ ਹੈਗਾ। ਬਲਦੀ ਉੱਪਰ ਤੇਲ ਪਾਏ ਵਾਲੇ ਤਾਂ ਹੈਗੇ ਆ, ਹੈ ਨਾ। ਸਾਰੇ ਕੇਨੀਆਂ ਚੁੱਕੀ ਫਿਰਦੇ ਆ। ਇਸ ਕਰਕੇ ਕਿਰਪਾ ਕਰੋ, ਮਿਹਰ ਕਰੋ। ਹੱਥ ਜੋੜ ਕੇ ਮਿੰਨਤ ਹੈ, ਆਪਣੀ ਬੇਨਤੀ ਹੈ ਸਾਰਿਆਂ ਦੀ, ਕਿ ਆਪ ਇੰਨੇ ਸੁਲਝੇ ਸਿਆਣੇ ਭਾਈ ਸਾਹਿਬ ਹੋਰਾਂ ਦਾ ਜਦੋਂ ਨਾਂ ਆਉਂਦਾ ਮਨ ਨੂੰ ਠੰਡ ਪੈਂਦੀ ਹੈ। ਤੇ ਜਦੋਂ ਆਹ ਗੱਲਾਂ ਅਸੀਂ ਸੁਣਦੇ ਹਾਂ, ਨਾ ਆਖੀਏ, ਬੇਨਤੀ ਹੈ ਸਾਡੀ ਸਾਰੇ ਰਾਗੀ ਸਿੰਘਾਂ ਦੀ, ਸਾਰੇ ਕਥਾਵਾਚਕਾਂ ਦੀ, ਗ੍ਰੰਥੀ ਸਾਹਿਬਾਨਾਂ ਦੀ, ਸਰਬੱਤ ਵੱਲੋਂ, ਇਸੇ ਕੌਮ ਵੱਲੋਂ ਹੀ ਆਪ ਜੀ ਨੂੰ ਮੈਂ ਖਿਮਾ ਮੰਗਦਾ ਹਾਂ। ਤੇ ਆਪ ਵੀ ਕਿਰਪਾ ਕਰਕੇ ਖਿਮਾ ਮੰਗ ਕੇ ਵੱਡੇ ਹੋ ਜਾਓ। ਸੱਤੇ ਬਲਵੰਡੇ ਦੀ ਗੱਲ ਨੂੰ ਯਾਦ ਰੱਖੋ, ਉਹਨਾਂ ਦਾ ਇਤਿਹਾਸ ਪੜ੍ਹੋ। ਉਹਨਾਂ ਨੂੰ ਗੁਰੂ ਅਰਜਨ ਸਾਹਿਬ ਨੇ ਇੰਨੀ ਵੱਡੀ ਬਖਸ਼ਿਸ਼ ਕੀਤੀ ਕਿ ਆਪ ਬਾਣੀ ਉਚਾਰਨ ਦਾ ਢੰਗ ਦੱਸ ਦਿੱਤਾ। ਆਪ ਦੱਸਿਆ ਉਹਨਾਂ ਨੇ ਵੀ ਇਸ ਤਰ੍ਹਾਂ ਬਾਣੀ ਉਚਾਰੋ। ਕਿਹਾ ਜਿਸ ਜ਼ੁਬਾਨ ਨਾਲ ਗੁਰੂ ਨਾਨਕ ਦੇ ਘਰ ਦੀ ਨਿੰਦਾ ਕੀਤੀ ਹੈ, ਉਸ ਨਾਲ ਉਸਤਤ ਕਰੋ। ਉਹ ਕਹਿੰਦੇ ਮਹਾਰਾਜ ਸਾਨੂੰ ਉਸਤਤ ਕਰਨੀ ਆਉਂਦੀ ਹੁੰਦੀ ਤਾਂ ਅਸੀਂ ਨਿੰਦਾ ਹੀ ਕਰਦੇ। ਫਿਰ ਗੁਰੂ ਅਰਜਨ ਸਾਹਿਬ ਨੇ ਉਹਨਾਂ 'ਤੇ ਕਿਰਪਾ ਕੀਤੀ, ਅਤੇ ਉਹਨਾਂ ਨੇ ਭਾਈ ਇਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਥਾਂ ਮਿਲ ਗਈ ਉਹਨਾਂ ਨੂੰ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਜੇ ਦਾਸ ਕੋਲੋਂ ਕੋਈ ਬੋਲਦਿਆਂ ਬਹੁਤ ਭੁੱਲਾਂ ਹੋ ਜਾਂਦੀਆਂ ਨੇ, ਕਿਉਂਕਿ ਮੈਂ ਆਪ ਇਸ ਕਾਬਿਲ ਨਹੀਂ ਕਿ ਆਪ ਜੀ ਨੂੰ ਕੋਈ ਦੱਸ ਸਕਾਂ, ਮੈਂ ਤਾਂ ਇਸ ਦੇ ਯੋਗ ਹੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਸਰਵਣ ਕਰ ਰਹੇ ਹੋ ਜਿਸ ਤਰ੍ਹਾਂ ਕਿ ਰਾਗੀ ਸਭਾ ਪਟਿਆਲਾ ਵੱਲੋਂ ਵੱਖ-ਵੱਖ ਵਿਚਾਰ ਦੇ ਕੇ ਆਪੋ ਆਪਣੇ ਸੰਬੋਧਨ ਕੀਤੇ ਜਾ ਰਹੇ ਹਨ। ਸੋ ਚੱਲਦੇ ਪ੍ਰੋਗਰਾਮ ਦੇ ਵਿੱਚ ਭਾਈ ਸਾਹਿਬ ਰਘਬੀਰ ਸਿੰਘ ਜੀ ਆਜਜ਼, ਉਹ ਵੀ ਆਪਣੇ ਵਿਚਾਰ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਵਾਕ ਹੈ ਹੋਏ ਇਕੱਤਰ, ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ। ਇੱਕ ਦੁਬਦਾ ਜੋ ਕੌਮ ਵਿੱਚ ਖੜੀ ਕੀਤੀ ਗਈ ਹੈ, ਇਸ ਨੂੰ ਦੂਰ ਕਰਨ ਵਾਸਤੇ ਅੱਜ ਅਸੀਂ ਸਾਰੇ ਇਕੱਤਰ ਹੋਏ ਹਾਂ ਕਿ ਬੇਨਤੀ ਕਰੀਏ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ, ਅਤੇ ਬੇਨਤੀ ਕਰੀਏ ਗੌਰ ਸਾਹਿਬ ਨੂੰ ਕਿ ਜੋ ਤੁਸੀਂ ਆਪਣੀ ਇਸ ਪਦਵੀ 'ਤੇ ਪਹੁੰਚ ਕੇ ਸ਼ਾਇਦ ਕੋਈ ਹੰਕਾਰ ਦੀ ਗੱਲ ਜਾਂ ਮਾਣ ਦੀ ਗੱਲ ਵਿੱਚ ਆ ਕੇ ਜੋ ਗੱਲਾਂ ਕੀਤੀਆਂ ਨੇ, ਮੈਂ ਗੱਲਾਂ ਰਿਪੀਟ ਨਹੀਂ ਕਰਾਂਗਾ ਕਿਉਂਕਿ ਫੇਸਬੁੱਕ 'ਤੇ ਹਰ ਫੋਨ ਵਿੱਚ ਪਹੁੰਚ ਚੁੱਕੀਆਂ ਨੇ। ਤੋ ਮੈਂ ਕੱਲ੍ਹ ਸੁਣ ਰਿਹਾ ਸਾਂ, ਮਖੂ ਸਾਹਿਬ ਨੇ ਫੋਨ ਕੀਤਾ ਗੌਰ ਸਾਹਿਬ ਨੂੰ, ਤੋ ਉਹ ਮੈਂ ਪੂਰੀ ਡਿਟੇਲ 'ਚ ਗੱਲ ਸੁਣੀ। ਆਪਣੇ ਵੱਲੋਂ ਬੜੀ ਕਲੈਰੀਫਿਕੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਗੌਰ ਸਾਹਿਬ ਨੇ, ਪਰੰਤੂ ਇਸ ਰਾਗੀ ਸਭਾ ਵੱਲੋਂ ਮੈਂ ਉਸ ਟਿੱਪਣੀ ਨਾਲ ਸਹਿਮਤ ਨਹੀਂ, ਕਿਉਂਕਿ ਜੋ ਇਹ ਲਫ਼ਜ਼ ਕਹੇ ਗਏ ਨੇ ਕਿ ਜੇ ਕੀਰਤਨ ਕਰਨਾ ਨਹੀਂ ਆਉਂਦਾ, ਸ਼ਬਦ ਯਾਦ ਨਹੀਂ ਕਰ ਸਕਦੇ ਤਾਂ ਰਿਕਸ਼ਾ ਚਲਾ ਲਓ। ਕਿਤਨੀ ਮੰਦਭਾਗੀ ਗੱਲ ਹੈ। ਇਹ ਤਾਂ ਉਹ ਅਸਥਾਨ, ਉਹ ਮਹਾਨ ਅਸਥਾਨ ਰਾਗੀ ਸਿੰਘਾਂ ਨੂੰ ਗੁਰੂ ਸਾਹਿਬ ਨੇ ਬਖਸ਼ਿਆ ਕਿ ਅਸੀਂ ਇਤਿਹਾਸ ਸੁਣਦੇ ਹਾਂ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸਿਰਫ ਗੁਰਬਾਣੀ ਵਿੱਚੋਂ ਇੱਕ ਜਪਜੀ ਸਾਹਿਬ ਦਾ ਪਾਠ ਸੁਣਾਇਆ ਗਿਆ ਇੱਕ ਸਿੰਘ ਵੱਲੋਂ, ਸ਼ੁੱਧ ਪਾਠ, ਅਤੇ ਉਸ ਨੂੰ ਕੀ ਦੇਣ ਪਾਠ ਦੇ ਬਦਲੇ ਵਿੱਚ ਉਹਨਾਂ ਨੇ ਆਪਣੀ ਗੁਰਗੱਦੀ ਤੋਂ ਉਤਰਨਾ ਸ਼ੁਰੂ ਕਰ ਦਿੱਤਾ ਵੀ ਮੈਂ ਗੁਰਗੱਦੀ ਬਖਸ਼ ਦਿਆਂ। ਤੋ ਕਹਿਣ ਤੋਂ ਭਾਵ ਭਾਈ ਗੋਪਾਲਾ ਜੀ ਦੀ ਸਾਖੀ ਅਸੀਂ ਸਾਰੇ ਜਾਣਦੇ ਹਾਂ। ਇਹ ਉਹ ਸਤਿਕਾਰਤ ਹਸਤੀਆਂ ਨੇ ਜਿਹੜੀਆਂ ਗੁਰਬਾਣੀ ਸੁਣਾ ਕੇ
ਸਾਡੇ ਸਾਰੇ ਹਿਰਦਿਆਂ ਨੂੰ, ਤਪਦੇ ਹਿਰਦਿਆਂ ਨੂੰ ਸਰਸ਼ਾਰ ਕਰਦੀਆਂ ਨੇ। ਪਰੰਤੂ ਜੇ ਇਹਨਾਂ ਦਾ ਮਨ ਕਲਪਾਇਆ ਜਾਏਗਾ ਇਸ ਤਰ੍ਹਾਂ, ਕਿਉਂਕਿ ਦਾਸ ਨਾਲ ਇੱਕ ਜਗ੍ਹਾ 'ਤੇ ਹੋਇਆ ਸੀ ਇਸ ਤਰ੍ਹਾਂ ਕਿ ਦਾਸ ਨੂੰ ਸ਼ਬਦ ਸ਼ੁਰੂ ਕਰਦਿਆਂ ਹੀ ਕਹਿ ਦਿੱਤਾ ਗਿਆ, ਭਾਈ ਸਾਹਿਬ ਇਹ ਸ਼ਬਦ ਨਾ ਪੜ੍ਹੋ। ਇਹ ਗੱਲ ਪਟਿਆਲੇ ਦੀ ਹੈ, ਤਕਰੀਬਨ ਅੱਜ ਤੋਂ 37-38 ਸਾਲ ਪਹਿਲਾਂ ਦੀ। ਤੋ ਉਹ ਆਪਣੇ ਹਿਸਾਬ 'ਤੇ ਠੀਕ ਸਨ, ਮੈਂ ਡਿਟੇਲ ਵਿੱਚ ਨਹੀਂ ਜਾਵਾਂਗਾ। ਪਰੰਤੂ ਗੁਰੂ ਸਾਹਿਬ ਆਪਣੇ ਆਪ ਹੀ ਬਖਸ਼ਿਸ਼ ਕਰਦੇ ਨੇ। ਮੈਂ ਉਹੀ ਸ਼ਬਦ, ਕਿਉਂਕਿ ਬਹੁਤ ਥੋੜ੍ਹੇ ਸ਼ਬਦ ਆਉਂਦੇ ਸਨ ਸ਼ੁਰੂ ਸੀ ਦਾਸ ਦਾ, ਬਲਕਿ ਸਗੋਂ ਕੋਈ ਇਹਦੇ 'ਚ ਅਤਕਥਨੀ ਨਹੀਂ ਕਿ ਸ਼ਬਦ ਲਿਖ ਕੇ ਰੱਖੇ ਹੁੰਦੇ ਸਨ। ਅੱਜ ਕੱਲ੍ਹ ਸਾਰੇ ਰਾਗੀ ਸਿੰਘਾਂ ਨੇ ਯਾਦ ਕੀਤੇ ਹੁੰਦੇ ਨੇ, ਬਹੁਤਿਆਂ ਨੇ। ਪਰੰਤੂ ਜੇ ਸ਼ਬਦ ਕੋਈ ਵੇਖ ਕੇ ਪੜ੍ਹਨਾ ਵੀ ਪੈ ਜਾਏ, ਕੋਈ ਗੁਨਾਹ ਵਾਲੀ ਗੱਲ ਨਹੀਂ, ਕਿਉਂਕਿ ਜ਼ੁਬਾਨੀ ਪੜ੍ਹ ਕੇ ਗਲਤੀਆਂ ਕਰਨ ਨਾਲੋਂ ਅਸੀਂ ਵੇਖ ਕੇ ਪੜ੍ਹ ਲਈਏ, ਕੋਈ ਮਾੜੀ ਗੱਲ ਨਹੀਂ। ਹਾਂ, ਇਹ ਗੱਲ ਵੱਖਰੀ ਹੈ, ਪੱਟਾਂ 'ਤੇ ਰੱਖ ਕੇ ਜਾਂ ਗਿੱਟਿਆਂ 'ਤੇ ਰੱਖ ਕੇ ਜਿਹੜੇ ਲਫ਼ਜ਼ ਵਰਤੇ ਨੇ, ਉਹ ਲਫ਼ਜ਼ ਬਹੁਤ ਮਾੜੇ ਨੇ। ਰਾਗੀ ਸਿੰਘਾਂ ਨੂੰ ਵੀ ਚਾਹੀਦਾ ਕਿ ਵੱਧ ਤੋਂ ਵੱਧ ਬਾਣੀ ਯਾਦ ਕਰਨ, ਔਰ ਸਿਰਫ ਅੱਗੇ ਪਿੱਛੇ ਨਾ ਹੋ ਜਾਏ ਤਾਂ ਇਸ ਦਾ ਸਹਾਰਾ ਲੈਣ, ਸਿਰਫ ਜੋ ਦਾਸ ਦੀ ਆਪਣੀ ਨਿੱਜੀ ਜੀਵਨ ਦਾ ਤਜਰਬਾ ਹੈ। ਤੋ ਇਸ ਕਰਕੇ ਮੈਂ ਰਾਗੀ ਸਭਾ ਵੱਲੋਂ, ਪਟਿਆਲਾ ਦੇ ਰਾਗੀ ਸਿੰਘਾਂ ਵੱਲੋਂ ਇਹਨਾਂ ਦੋਹਾਂ ਸਿਰਮੌਰ ਹਸਤੀਆਂ ਨੂੰ ਸਨਿਮਰ ਬੇਨਤੀ ਕਰਾਂਗਾ ਕਿ ਇਹੋ ਜਿਹੀ ਗੱਲ ਤੋਂ ਅੱਗੇ ਤੋਂ ਗੁਰੇਜ਼ ਕੀਤਾ ਜਾਏ ਅਤੇ ਇਹ ਜੋ ਆਪਣੀ ਛਿੜਿਆ ਹੋਇਆ ਵਿਵਾਦ ਹੈ, ਇਸ ਨੂੰ ਕਿਸੇ ਤਰ੍ਹਾਂ ਵੀ ਸਮਾਪਤ ਕੀਤਾ ਜਾਏ, ਤਾਂ ਕਿ ਕੌਮ ਦੀ ਅੱਗੇ ਬੜੀ ਦੁਰਦਸ਼ਾ ਹੋ ਰਹੀ ਹੈ। ਕੌਮ ਦਾ ਕਿਤੇ ਇਤਿਹਾਸ ਪੜ੍ਹ ਕੇ ਵੇਖੀਏ, ਇਸ ਕੌਮ ਨੇ 17 ਵਾਰੀ ਦਿੱਲੀ ਫਤਿਹ ਕੀਤੀ ਹੈ, ਪਰੰਤੂ ਇਤਨੀ ਤਾਕਤਵਰ ਕੌਮ ਅੱਜ ਆਪਣੇ ਚੰਦ ਅਲਫਾਜ਼ਾਂ ਵਿੱਚ, ਚੰਦ ਟੁਕੜਿਆਂ ਵਿੱਚ ਵੰਡੀ ਗਈ। ਕਿਉਂ ਵੰਡੀ ਗਈ? ਆਪਣੇ ਆਪਣੇ ਮੁਫਾਜ਼ਾਂ ਕਰਕੇ। ਤੋ ਆਓ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸੁਮਤ ਬਖਸ਼ਣ। ਆਪਣੇ ਆਪਣੇ ਅਹੁਦੇ ਦੀ ਗਰਮਾ ਨੂੰ ਕਾਇਮ ਰੱਖਦੇ ਹੋਏ ਅਸੀਂ ਸਾਰੇ ਹੀ ਇਸ ਗੱਲ ਵੱਲ ਧਿਆਨ ਦਈਏ ਕਿ ਕੌਮ ਦੀ ਦੁਰਦਸ਼ਾ ਨਾ ਹੋਵੇ। ਕੌਮ ਦੀ ਅੱਗੇ ਬੜੀ ਖਿੱਲੀ ਉੱਡ ਰਹੀ ਹੈ। ਬਾਕੀ ਕੌਮਾਂ ਵਾਲੇ ਸਾਨੂੰ ਇਸ ਗੱਲ 'ਤੇ ਛੀਬੀਆਂ ਦੇ ਰਹੇ ਨੇ। ਜਿਵੇਂ ਭਾਈ ਸਾਹਿਬ ਨੇ ਪਹਿਲਾਂ ਵੀ ਕਿਹਾ ਸੀ ਕਿ ਸਾਨੂੰ ਬਾਹਰ ਤੋਂ ਫੋਨ ਆਉਂਦੇ ਨੇ ਅਤੇ ਕਹਿੰਦੇ, ਭਾਈ ਸਾਹਿਬ ਦਰਬਾਰ ਸਾਹਿਬ ਕੀ ਝਗੜਾ ਹੋ ਗਿਆ, ਕੀ ਗੱਲ ਹੋ ਗਈ ਹੈ। ਤੋ ਇਹ ਗੱਲ ਬਹੁਤ ਮੰਦਭਾਗੀ ਹੈ। ਤੋ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਕਿਰਪਾ ਕਰਨ। ਮੈਂ ਸਾਰੇ ਰਾਗੀ ਸਿੰਘਾਂ ਨੂੰ ਬੇਨਤੀ ਕਰਾਂਗਾ, ਜੋ ਸਾਨੂੰ ਚਾਹੀਦਾ ਸਾਡੇ ਪਾਰਟ 'ਤੇ ਕਿ ਅਸੀਂ ਵੱਧ ਤੋਂ ਵੱਧ ਯਾਦ ਕਰੀਏ, ਪਰੰਤੂ ਜੋ ਰਾਗੀ ਸਿੰਘਾਂ ਨੂੰ ਟੋਕਣ ਟੁਕਾਉਣ ਵਾਲੀ ਗੱਲ ਹੈ, ਇਹ ਪਿਆਰ ਨਾਲ ਬੈਠ ਕੇ ਜਿੱਥੇ ਮਰਜ਼ੀ ਸਮਝਾਇਆ ਜਾ ਸਕਦਾ ਹੈ, ਬਾਅਦ ਵੀ ਸਮਝਾਇਆ ਜਾ ਸਕਦਾ ਹੈ, ਕਿਉਂਕਿ ਉੱਥੋਂ ਵਰਲਡ ਭਰ ਵਿੱਚ ਇਹ ਰਿਲੇ ਜਾ ਰਿਹਾ ਹੁੰਦਾ ਹੈ। ਤੋ ਆਪਣੇ ਕੌਮ ਦੀ ਬੜੀ ਬਦਨਾਮੀ ਹੁੰਦੀ ਹੈ। ਇਸ ਬਦਨਾਮੀ ਤੋਂ ਬਚਣ ਵਾਸਤੇ ਅਸੀਂ ਆਓ ਸਾਰੇ ਯਤਨਸ਼ੀਲ ਹੋਈਏ ਅਤੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਾਨੂੰ ਦੋਹਾਂ ਧਿਰਾਂ ਨੂੰ ਗੁਰੂ ਪਾਤਸ਼ਾਹ ਸੁਮਤ ਬਖਸ਼ਣ, ਤਾਂ ਕਿ ਇਹੋ ਜਿਹੇ ਝਗੜੇ ਜਿਹੇ ਹੋਏ ਕੌਮ ਦੇ ਨਜਿੱਠੇ ਜਾ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਸ਼ਬਦ ਭਾਈ ਸਾਹਿਬ ਜਸਪਾਲ ਸਿੰਘ ਜੀ ਬੋਲਣਾ ਚਾਹੁੰਦੇ ਨੇ। ਸੋ ਸਮਾਂ ਜ਼ਿਆਦਾ ਹੋ ਰਿਹਾ, ਇਸ ਕਰਕੇ ਸਾਰਿਆਂ ਆਪਾਂ ਨਹੀਂ ਟਾਈਮ ਦੇ ਸਕਦੇ। ਸੋ ਦੋ ਸ਼ਬਦ ਭਾਈ ਜਸਪਾਲ ਸਿੰਘ ਜੀ, ਉਸ ਤੋਂ ਬਾਅਦ ਸਮਾਪਤੀ ਹੈ ਜੀ। ਸਮੂਹ ਗੁਰੂ ਨਾਨਕ ਨਾਮ ਲੇਵਾ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਰੀ ਸੰਗਤਾਂ ਗੱਜ ਵੱਜ ਕੇ ਫਤਿਹ ਬੁਲਾਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਅੱਜ ਇਹ ਜਿਹੜਾ ਇੱਥੇ ਇਕੱਤਰਿਤ ਹੋਣ ਦਾ ਜੋ ਮੇਨ ਮਕਸਦ ਹੈ, ਮੇਰੇ ਤੋਂ ਸੀਨੀਅਰ ਰਾਗੀ ਸਾਹਿਬਾਨ ਨੇ ਬੜੇ ਵਿਸਥਾਰ ਦੇ ਨਾਲ ਆਪ ਜੀ ਨੂੰ ਇਹ ਚੇਤੇ ਕਰਾਇਆ ਕਿ ਅੱਜ ਜਿਹੜਾ ਸਾਡੀ ਕੌਮ ਦੇ ਵਿੱਚ ਇਹ ਨਵਾਂ ਵਿਵਾਦ ਸ਼ੁਰੂ ਹੋਇਆ ਹੈ। ਦੇਖੋ, ਸਾਰੀਆਂ ਜਿਹੜੀਆਂ ਇਹ ਪਦਵੀਆਂ ਨੇ ਇਹ ਬਹੁਤ ਸਤਿਕਾਰਯੋਗ ਨੇ। ਗਿਆਨੀ ਜਗਤਾਰ ਸਿੰਘ ਜੀ ਨੇ ਜੋ ਗੱਲ ਕਹੀ ਉਹ ਸਾਰਿਆਂ ਨੂੰ ਸਾਨੂੰ ਪਤਾ ਹੈ। ਔਨ ਰਿਕਾਰਡ ਅੱਜ YouTube ਦੇ ਉੱਤੇ ਹਰ ਇੱਕ ਵੀਡੀਓ ਪਈ ਹੈ। ਅਤੇ ਜਸਵੀਰ ਸਿੰਘ, ਗਿਆਨੀ ਰਣਜੀਤ ਸਿੰਘ ਜੀ ਗੌਰ ਸਾਹਿਬ ਨੇ, ਉਹਨਾਂ ਨੇ ਵੀ ਜੋ ਰਾਗੀ ਸਿੰਘਾਂ ਨੂੰ ਸ਼ਬਦਾਵਲੀ ਬੋਲੀ, ਉਹ ਵੀ ਸਾਰੀ ਔਨ ਰਿਕਾਰਡ YouTube 'ਤੇ ਹਰ ਇੱਕ ਪ੍ਰਾਣੀ ਦੇਖ ਸਕਦਾ ਹੈ। ਮੈਂ ਗੱਲਾਂ ਇਹਨਾਂ ਨੂੰ ਨਾ ਦੁਹਰਾਉਂਦਾ ਆਇਆ। ਮੈਂ ਸਾਰੀ ਕੌਮ ਦੇ ਜਿਹੜੇ ਆਪਣਾ ਮੇਨ ਸਾਡੇ ਮੋਹਤਬੇਰ, ਸਾਡੇ ਜਿਹੜੇ ਕਹਿਲਾਉਣ ਵਾਲੇ ਪੰਜ ਸਿੰਘ ਸਾਹਿਬਾਨ ਦੇ ਜਥੇਦਾਰ ਸਾਹਿਬ, ਹੈੱਡ ਗ੍ਰੰਥੀ ਸਾਹਿਬ, ਬੇਨਤੀ ਹੈ ਆਪ ਜੀ ਨੂੰ ਹੱਥ ਜੋੜ ਕੇ ਕਿ ਆਪ ਜੀ ਰਾਗੀ ਸਿੰਘ, ਗ੍ਰੰਥੀ ਸਿੰਘ, ਇਹ ਜਿਹੜਾ ਵਿਸ਼ਾ ਇਹਨੂੰ ਛੱਡ ਕੇ ਤੁਸੀਂ
ਸਾਡੀ ਕੌਮ ਦੇ ਵਿੱਚ ਹੋਰ ਬਹੁਤ ਵੱਡੇ ਮਸਲੇ ਪਏ ਨੇ, ਉਹਨਾਂ ਦੀ ਤੁਸੀਂ ਗੱਲ ਨਹੀਂ ਕਰਦੇ। ਪਤਾ ਨਹੀਂ ਕਿਉਂ, ਤੁਹਾਨੂੰ ਸ਼ਾਇਦ ਕਿਸੇ ਤੋਂ ਡਰ ਲੱਗਦਾ ਹੈ। ਹੁਣ ਮੀਡੀਆ ਦਾ ਯੁੱਗ ਹੈ, ਹਰ ਇੱਕ ਨੂੰ ਪਤਾ ਹੈ ਕਿ ਤੁਸੀਂ ਕਿਹਨਾਂ ਦੀਆਂ ਕੁੱਛਾਂ ਦੇ ਵਿੱਚੋਂ ਨਿਕਲ ਕੇ ਆਏ ਹੋ। ਸੋ ਇਹ ਗੱਲਾਂ ਜ਼ਿਆਦੀਆਂ ਆਪਾਂ ਨਹੀਂ ਕਰ ਸਕਦੇ, ਕਿਉਂਕਿ ਇਸ ਗੱਲ ਦੇ ਨਾਲ ਸਾਡੀ ਕੌਮ ਦੇ ਵਿੱਚ ਬਹੁਤ ਵੱਡਾ ਖਲਾਰਾ ਪੈਂਦਾ ਹੈ। ਸੋ ਗਿਆਨੀ ਰਣਜੀਤ ਸਿੰਘ ਜੀ, ਮੈਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਤੁਸੀਂ ਇਹ ਗੱਲ ਕਹੀ ਕਿ ਗਿੱਟਿਆਂ ਦੇ ਉੱਤੇ ਰੱਖ ਕੇ ਮੋਬਾਈਲ ਰਾਗੀ ਸਿੰਘ ਵਰਤਦੇ ਨੇ ਤੇ ਉਹ ਉੱਥੋਂ ਦੇਖ ਕੇ ਗੁਰਬਾਣੀ ਪੜ੍ਹਦੇ ਨੇ। ਤੁਹਾਡੇ ਮੈਂ ਕਹਿੰਦਾ ਵੀ ਤਾਬਿਆਂ ਦੇ ਕੋਲ ਤੁਸੀਂ ਬੈਠ ਕੇ ਜੇ ਗਿੱਟਿਆਂ ਦੇ ਕੋਲ ਤੁਸੀਂ ਗੁਰਬਾਣੀ ਦੀਆਂ ਪਰਚੀਆਂ ਰੱਖ ਸਕਦੇ ਹੋ, ਉਹਨਾਂ ਨਾਲ ਤਾਂ ਇਹ ਕਿਤੇ ਗੁਣਾ ਚੰਗਾ ਹੈ। ਸੋ ਗੁਰਬਾਣੀ ਅੱਜ ਜਿਹੜਾ ਦੇਖੋ ਸਮਾਂ ਸੀ, ਪਹਿਲਾਂ ਅੰਮ੍ਰਿਤ ਕੀਰਤਨ ਰੱਖ ਕੇ ਗੁਰਬਾਣੀ ਦੇ ਸ਼ਬਦ ਪੜ੍ਹੇ ਜਾਂਦੇ ਸੀ ਤਾਂ ਕਿ ਸਾਡੇ ਤੋਂ ਗਲਤੀ ਨਾ ਹੋਵੇ। ਸੋ ਬੇਨਤੀ ਇਹ ਹੈ, ਮੈਂ ਇੱਕ ਛੋਟੀ ਜਿਹੀ ਗੱਲ ਵਿਸਥਾਰ ਦੇ ਨਾਲ ਕਰ ਦਿੰਦਾ ਕਿ ਸਾਡੀ ਛੋਟੇ ਰਾਗੀ ਸਿੰਘ ਸਬਾਨ ਜਿਹੜੇ ਨੇ, ਅਸੀਂ ਛੋਟੇ ਕਸਬਿਆਂ ਦੇ ਵਿੱਚ, ਕਲੋਨੀਆਂ ਦੇ ਵਿੱਚ ਆ, ਉਹਨਾਂ ਦੀ ਤਾਂ ਗੱਲ ਇੱਕ ਦੇਖੋ ਵੱਖਰੀ ਹੈ। ਹੁਣ ਦਰਬਾਰ ਸਾਹਿਬ ਦੇ ਰਾਗੀ ਸਿੰਘ ਸਹਿਬਾਨ ਨੇ ਜਿਨ੍ਹਾਂ ਦੀਆਂ ਤਨਖਾਹਾਂ 40, 50, 60 ਹੋਣਗੀਆਂ, ਤਾਂ ਉਹਨਾਂ ਦਾ ਦਾਇਰਾ ਵੀ ਵੱਡਾ ਹੈ, ਉਹਨਾਂ ਦਾ ਜਿਹੜਾ ਸਰਕਲ ਵੱਡਾ ਹੈ, ਉਹਨਾਂ ਦੇ ਬੱਚੇ, ਪਰਿਵਾਰ, ਉਹਨਾਂ ਦਾ ਵਿਚਰਨਾ ਜਿਹੜਾ ਹੈ ਉਹ ਖਰਚ ਵੀ ਵੱਡਾ ਹੈ। ਤੁਸੀਂ ਤਾਂ ਉਹਨਾਂ ਨੂੰ ਜਿਹੜੇ ਅੱਜ ਉੱਥੇ ਪਰਚੀਆਂ ਕੱਟਦੇ ਨੇ, ਉਹਨਾਂ ਨੂੰ ਤਾਂ ਤੁਸੀਂ ਰੋਕ ਨਹੀਂ ਸਕਦੇ। ਤਾਂ ਤੁਸੀਂ ਇਹ ਗੱਲ ਕਰ ਰਹੇ ਹੋ। ਹੁਣ ਜੇ ਕੋਈ ਰਾਗੀ ਸਿੰਘ ਮੋਬਾਈਲ ਦੇ ਉੱਤੇ ਸ਼ਬਦ ਪੜ੍ਹ ਰਿਹਾ ਤਾਂ ਤੁਸੀਂ ਸੋਚੋ ਵੀ ਉਹਦੀ ਮਜਬੂਰੀ ਹੈ, ਕਾਰਨ ਕੀ ਹੈ? ਕਿਉਂਕਿ ਉਹਦੇ ਕੋਲ ਗੁਰਬਾਣੀ ਚੇਤੇ ਕਰਨ ਦਾ ਅੱਜ ਟਾਈਮ ਨਹੀਂ ਹੈ। ਕਿਉਂ ਨਹੀਂ ਟਾਈਮ ਹੈਗਾ? ਅੱਜ ਅਸੀਂ 3500 ਰੁਪਈਆ ਲੈ ਕੇ ਤਨਖਾਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ, ਰਾਗੀ ਸਿੰਘ ਦੀਆਂ ਡਿਊਟੀਆਂ ਕਰ ਰਹੇ ਹਾਂ। 1100 ਰੁਪਈਆ ਸਾਨੂੰ ਕੀਰਤਨ ਦੀ ਭੇਟਾ ਦਿੱਤੀ ਜਾਂਦੀ ਹੈ। ਅਸੀਂ 10 ਤੋਂ 12,000 ਰੁਪਈਆ ਲੈ ਕੇ ਅਸੀਂ ਆਪਣੇ ਪਰਿਵਾਰ ਦੇ ਨਾਲ, ਤੁਸੀਂ ਦੇਖੋ ਜੇ ਲੱਖ ਰੁਪਈਆ ਕੋਈ ਕਮਾਉਂਦਾ ਹੈ ਅੱਜ, ਉਹ ਆਪਣੇ ਪਰਿਵਾਰ ਦੀ ਪੂਰੀ ਨਹੀਂ ਪਾ ਸਕਦਾ। ਤਾਂ ਤੁਸੀਂ ਇਹ ਸੋਚੋ ਕਿ ਜਿਹੜੇ ਸਾਡੇ ਵਰਗੇ ਰਾਗੀ ਸਿੰਘ ਨੇ 10, 12,000, 15,000 ਦੇ ਨਾਲ ਜੇ ਉਹ ਪਰਿਵਾਰ ਪਾਲ ਰਹੇ ਨੇ, ਤੇ ਉਹ ਕਿੱਥੋਂ, ਉਹਨਾਂ ਨੂੰ ਗੁਰਬਾਣੀ ਕਿੱਥੋਂ ਚੇਤੇ ਹੋਏਗੀ? ਉਹਨਾਂ ਨੂੰ ਤਾਂ ਆਪਣੇ ਅਜੇ ਘਰ ਦੀ ਰੋਟੀ ਨਹੀਂ ਪੂਰੀ ਹੋ ਰਹੀ। ਸੋ ਆਪ ਨੂੰ ਬੇਨਤੀ ਹੈ, ਤੁਸੀਂ ਇਹ ਜਿਹੜੇ ਗੱਲਾਂ ਨੂੰ ਛੱਡ ਕੇ ਜਿਹੜੀਆਂ ਸਾਡੀ ਕੌਮ ਦੇ ਵਿੱਚ ਹੋਰ ਸਾਡੀ ਕੌਮ ਨੂੰ ਪੱਧਰ ਨੂੰ ਤੁਸੀਂ ਉੱਤਾ ਕਿਸ ਤਰ੍ਹਾਂ ਚੱਕਣਾ, ਇਹ ਤੁਸੀਂ ਦੇਖੋ। ਸਾਡੀ ਕੌਮ ਦੇ ਵਿੱਚ ਤੁਸੀਂ ਐਜੂਕੇਸ਼ਨ ਕੀ ਦਿੱਤੀ ਹੈ? ਤੁਸੀਂ ਸਾਡੇ ਰਾਗੀ ਸਿੰਘਾਂ ਵਾਸਤੇ, ਗ੍ਰੰਥੀ ਸਿੰਘਾਂ ਵਾਸਤੇ ਕੀਤਾ ਕੀ ਹੈ? ਅੱਜ ਤੱਕ ਨਹੀਂ ਕੁਛ ਕੀਤਾ। ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸਾਹਿਬ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ, ਤੁਸੀਂ ਕਿਸ ਪੱਦੀ ਦੇ ਉੱਤੇ ਬੈਠੇ ਹੋ। ਤੁਹਾਨੂੰ ਗੁਰੂ ਸਾਹਿਬ ਨੇ ਜੇ ਇਹ ਸਤਿਕਾਰ ਦਿੱਤਾ ਹੈ ਨਾ, ਤਾਂ ਉਸ ਸਤਿਕਾਰ ਨੂੰ ਤੁਸੀਂ ਪੂਰਾ ਨਿਭਾਓ। ਤੁਸੀਂ ਤਾਂ ਰਾਗੀ, ਮੈਨੂੰ ਦੇਖੋ ਇਹ ਬੜੀ ਆਪਣੇ ਮਨ ਨੂੰ ਇਸ ਠੇਸ ਗੱਲ ਪਹੁੰਚੀ। ਸਾਰਿਆਂ ਨੇ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ, ਗਿਆਨੀ ਸੁਕੀਨ ਸਿੰਘ ਜੀ, ਦੇਖੋ ਕਿੱਡੀ ਵੱਡੀ ਮੰਦਭਾਗੀ ਇਹ ਘਟਨਾ ਹੈ। ਜਦੋਂ ਸਾਡੇ ਅੱਗੇ ਕੋਈ ਗੱਲ ਦਾ ਅਸੀਂ ਦੇਖੋ ਕਿਸੇ ਗੱਲ ਨੂੰ ਜੇ ਨਿਬੇੜਨਾ ਹੋਵੇ ਤਾਂ ਅਸੀਂ ਆਪਣੇ ਆਪ ਤੋਂ ਵੱਡੇ ਨੂੰ ਅਸੀਂ ਅੱਗੇ ਰੱਖਦੇ ਹਾਂ। ਜੇ ਤੁਹਾਨੂੰ ਉਹਨਾਂ ਨੇ ਸਤਿਕਾਰਯੋਗ ਸਮਝਿਆ, ਪਹਿਲਾਂ ਵੀ ਉਹ ਮੀਡੀਆ ਵਿੱਚ ਗੱਲ ਕਰ ਸਕਦੇ ਸੀ, ਲੇਕਿਨ ਨਹੀਂ ਕੀਤੀ। ਉਹਨਾਂ ਨੇ ਹਜੇ ਤੱਕ ਵੀ ਤੁਹਾਡੇ ਲਈ ਕੋਈ ਮੰਦੀ ਸ਼ਬਦਾਵਲੀ ਨਹੀਂ ਵਰਤੀ। ਤੇ ਦੇਖੋ ਕਿੱਡੀ ਵੱਡੀ ਮੰਦਭਾਗੀ ਗੱਲ ਹੈ ਕਿ ਗਿਆਨੀ ਸ਼ੁਕੇਨ ਸਿੰਘ ਜੀ ਨੇ ਤੁਸੀਂ ਨਹੀਂ ਮੰਨੇ ਗੱਲ, ਤਾਂ ਉਹਨਾਂ ਨੇ ਆਪਣੀ ਪੱਗ ਰੱਖ ਕੇ ਤੁਹਾਡੇ ਪੈਰਾਂ ਦੇ ਉੱਤੇ ਇੰਨੀ ਬੇਨਤੀ ਕਰ ਦਿੱਤਾ, ਤੁਸੀਂ ਫਿਰ ਵੀ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਕਿ ਅਸੀਂ ਤੁਹਾਡੇ ਲਈ ਕੁਝ ਨਹੀਂ ਕਰ ਸਕਦੇ। ਮੈਂ ਕਹਿੰਦਾ ਇਸ ਤੋਂ ਵੱਡੀ ਮੰਦਭਾਗੀ ਗੱਲ ਨਹੀਂ ਹੋ ਸਕਦੀ ਸਾਡੇ। ਸੋ ਆਪ ਨੂੰ ਬੇਨਤੀ ਹੈ ਕਿ ਤੁਸੀਂ ਇੱਕ ਦੂਜੀ ਦੇ ਚਿੱਕੜ ਉਛਾਲਣ ਦੀ ਬਜਾਏ ਤੁਸੀਂ ਸਾਡੀ ਕੌਮ ਦੇ ਵਿੱਚ, ਸਾਡੀ ਕੌਮ ਦੇ ਪੱਧਰ ਨੂੰ, ਲੈਵਲ ਨੂੰ ਕਿੱਦਾਂ ਉੱਚਾ ਚੱਕਣਾ ਹੈ, ਇਹ ਤੁਸੀਂ ਦੇਖੋ। ਬੇਨਤੀ ਮੇਰੀ ਇੰਨੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਟਿਆਲੇ ਦੀ ਇੰਟਰਨੈਸ਼ਨਲ ਕੀਰਤਨ ਕੌਂਸਲ ਸਮੂਹ ਰਾਗੀ ਸਿੰਘ ਮਹਾਨ ਗੁਰੂ ਕੇ ਕੀਰਤਨੀਏ ਇੱਕ ਦਰਦ ਨੂੰ ਬਿਆਨ ਕਰਨਾ ਚਾਹੁੰਦੇ ਨੇ, ਕਿਉਂਕਿ ਉਹ ਦਰਦ ਉਹ ਰਾਗੀ ਸਿੰਘਾਂ ਦਾ ਜਿਹੜੇ ਸ੍ਰੀ ਦਰਬਾਰ ਸਾਹਿਬ ਵਿਖੇ ਮਹਾਨ ਗੁਰੂ ਕੇ ਕੀਰਤਨੀਏ ਗੁਰੂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਨੇ। ਸੋ ਉਹਨਾਂ ਦਾ ਦਰਦ ਜਦੋਂ ਮੋਬਾਈਲਾਂ 'ਤੇ ਸੁਣਿਆ ਤੇ ਬਹੁਤ ਦੁੱਖ ਲੱਗਾ, ਕਿਉਂਕਿ ਸਾਡਾ ਪਰਿਵਾਰ ਸਭ ਤੋਂ ਪਹਿਲਾਂ ਇਹ ਰਾਗੀ ਸਿੰਘਾਂ ਦਾ ਆਪਣਾ ਪਰਿਵਾਰ ਹੈ। ਜੇ ਸਾਨੂੰ ਨਹੀਂ ਇਸ ਬਾਰੇ ਦਰਦ ਹੋਵੇਗਾ ਤੇ ਹੋਰ ਕਿਸ ਨੂੰ ਹੋਵੇਗਾ। ਸੋ ਮੈਂ ਇੰਨੀ ਬੇਨਤੀ ਕਰਨਾ ਚਾਹੁੰਦਾ ਸਿੰਘ ਸਾਹਿਬ ਜੀ ਨੂੰ, ਗਿਆਨੀ ਹਰਪ੍ਰੀਤ ਸਿੰਘ ਜੀ ਨੂੰ, ਆਪ ਜੀ ਵਿੱਚ ਪੈ ਕੇ ਇਸ ਮਸਲੇ ਨੂੰ ਹੱਲ ਕਰਨ ਦੀ ਕਿਰਪਾਲਤਾ ਕਰੋ। ਉਧਰ ਗਿਆਨੀ ਰਣਜੀਤ ਸਿੰਘ ਜੀ ਗੌਹਰ ਜੋ ਹਰਿਮੰਦਰ ਸ੍ਰੀ ਪਟਨਾ ਸਾਹਿਬ ਤੋਂ, ਉਹਨਾਂ ਨੇ ਵੀ ਅਪਸ਼ਬਦ ਰਾਗੀ ਸਿੰਘਾਂ ਦੇ ਪ੍ਰਥਾਏ ਬੋਲੇ ਹਨ। ਉਹਨਾਂ ਨੂੰ ਮੈਂ ਬੇਨਤੀ ਕਰਾਂਗਾ, ਜਦੋਂ ਵੀ ਆਪ ਜੀ ਲਾਈਵ ਬੋਲਦੇ ਹੋ, ਕੋਈ ਵੀ ਕਥਾਵਾਚਕ ਹੈ ਜਦੋਂ ਉਹ ਲਾਈਵ ਬੋਲਦਾ ਹੈ, ਉਹ ਆਪਣੇ ਨੰਬਰ ਬਣਾਉਣ ਵਾਸਤੇ ਕਈ ਵਾਰੀ ਸਿੰਘ ਸਾਹਿਬਾਂ ਦੇ ਅੱਗੇ ਗ੍ਰੰਥੀ ਸਿੰਘਾਂ ਨੂੰ
ਰਾਗੀ ਸਿੰਘਾਂ ਦੀ ਬੇਇੱਜ਼ਤੀ ਕਰੀ ਜਾਂਦੇ ਹਨ। ਇਹ ਚੰਗੀ ਗੱਲ ਨਹੀਂ। ਇਹ ਸਾਡਾ ਆਪਣਾ ਸਾਰਾ ਪਰਿਵਾਰ ਹੈ। ਸੋ ਮੈਂ ਸਾਰੀਆਂ ਜੋ ਇੱਥੋਂ ਦੀਆਂ ਜਥੇਬੰਦੀਆਂ ਹਨ, ਜੋ ਇੰਟਰਨੈਸ਼ਨਲ ਕੀਰਤਨ ਕੌਂਸਲ ਪਟਿਆਲਾ ਅਤੇ ਸਮੂਹ ਸੰਗਤਾਂ ਵੱਲੋਂ ਬੇਨਤੀ ਕਰਦਾ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ, ਕਿਉਂਕਿ ਆਪ ਜੀ ਬਹੁਤ ਸਿਆਣੇ ਹੋ, ਆਪ ਵਿੱਚ ਪੈ ਕੇ ਇਸ ਮਸਲੇ ਦੇ ਹੱਲ ਲੱਭਣ ਦੀ ਕਿਰਪਾਲਤਾ ਕਰੋ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਰਾਗੀ ਸਿੰਘਾਂ ਤੇ ਹੈੱਡ ਗ੍ਰੰਥੀ ਸਾਹਿਬਾਨ ਦੇ ਵਿਚਕਾਰ ਜੋ ਮਸਲਾ ਚੱਲ ਰਿਹਾ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ, ਸੋ ਇਸੇ ਵਿਸ਼ੇ ਨੂੰ ਲੈ ਕੇ ਰਾਗੀ ਸਭਾ ਪਟਿਆਲਾ ਵੱਲੋਂ ਅੱਜ ਖਾਸ ਇਕੱਤਰਤਾ ਕੀਤੀ ਗਈ, ਜਿਸ ਵਿੱਚ ਸਾਰੇ ਹੀ ਪਟਿਆਲੇ ਦੇ ਸਤਿਕਾਰਯੋਗ ਰਾਗੀ ਸਾਹਿਬਾਨ ਪਹੁੰਚੇ, ਜਿੱਥੇ ਕਿ ਸਭਾ ਵੱਲੋਂ ਸਭਾ ਦੇ ਮੋਹਤਰ ਰਾਗੀ ਸਿੰਘਾਂ ਵੱਲੋਂ ਸਾਰੇ ਹੀ ਰਾਗੀ ਸਿੰਘਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਉੱਥੇ ਮੈਂ ਆਪਣੇ ਚੈਨਲ ਵੱਲੋਂ ਵੀ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ। ਸੋ ਇਸ ਵਿਸ਼ੇ ਦੇ ਉੱਤੇ ਆਪਾਂ ਇਕੱਤਰ ਹੋ ਕੇ ਅੱਜ ਦੇ ਵਿਚਾਰ ਆਪੋ ਆਪਣੇ ਦਿੱਤੇ। ਸੋ ਇਸ ਚੈਨਲ ਦੇ ਮਾਧਿਅਮ ਰਾਹੀਂ ਮੈਂ ਇੱਕ ਬੇਨਤੀ ਵੀ ਕਰਨੀ ਚਾਹਾਂਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ, ਕਿਉਂਕਿ ਭਾਵਾਂ ਕਿ ਇਹ ਮਸਲਾ ਰਾਗੀ ਸਿੰਘਾਂ ਦਾ ਅਤੇ ਭਾਈ ਸਾਹਿਬ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਦੇ ਵਿਚਕਾਰ ਚੱਲ ਰਿਹਾ, ਪਰ ਇਕੱਲੇ ਰਾਗੀ ਸਿੰਘਾਂ ਦੇ ਦਿਲਾਂ 'ਤੇ ਠੇਸ ਨਹੀਂ ਪਹੁੰਚ ਰਹੀ, ਉਸ ਇਕੱਲੇ ਸ਼ਖਸ ਦੇ ਦਿਲਾਂ 'ਤੇ ਠੇਸ ਪਹੁੰਚ ਰਹੀ ਹੈ ਜਿਹੜਾ ਬੰਦਾ ਕੀਰਤਨ ਦੇ ਨਾਲ ਪਿਆਰ ਕਰਦਾ। ਕਿਉਂਕਿ ਸਾਧ ਸੰਗਤ ਜੀ, ਹਰੇਕ ਇਨਸਾਨ, ਹਰੇਕ ਕੀਰਤਨ ਪ੍ਰੇਮੀ ਕਿਸੇ ਨਾ ਕਿਸੇ ਰਾਗੀ ਸਿੰਘ ਦੇ ਆਵਾਜ਼ ਦੇ ਨਾਲ ਜੁੜਿਆ। ਕਿਸੇ ਨੂੰ ਕਿਸੇ ਦਾ ਸਟਾਈਲ ਚੰਗਾ ਲੱਗਦਾ, ਕਿਸੇ ਨੂੰ ਕਿਸੇ ਦਾ ਕੀਰਤਨ ਦੀ ਸ਼ੈਲੀ ਚੰਗੀ ਲੱਗਦੀ ਹੈ, ਅਤੇ ਹਰੇਕ ਸਿੰਘ ਦਾ, ਹਰੇਕ ਸੰਗਤ ਦੇ ਵਿੱਚੋਂ ਜਿੰਨੇ ਵੀ ਰਾਗੀ ਸਿੰਘ ਅੱਜ ਸਾਹਮਣੇ ਆ ਕੇ ਆਪਣੇ ਦੁੱਖੜੇ ਰੋ ਰਹੇ ਨੇ, ਸਾਰੀ ਸੰਗਤ ਦੇ ਮਨ ਟੁੱਟ ਰਹੇ ਨੇ। ਔਰ ਆਮ ਸੰਗਤ ਨੇ ਰਾਗੀ ਸਿੰਘਾਂ ਨੂੰ ਮਿਲਣਾ ਜਾਂ ਗ੍ਰੰਥੀ ਸਿੰਘ ਨੂੰ ਮਿਲਣਾ, ਪ੍ਰਬੰਧਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ। ਅਤੇ ਜੇ ਰਾਗੀ ਸਿੰਘ ਹੀ ਸੰਗਤ ਦੇ ਸਾਹਮਣੇ ਆ ਕੇ ਇੱਦਾਂ ਸੋਸ਼ਲ ਮੀਡੀਆ ਦੇ ਵਿੱਚ ਆਪਸ ਦੇ ਵਿੱਚ ਲੜਦੇ ਰਹਿਣਗੇ, ਰੋਂਦੇ ਰਹਿਣਗੇ, ਤਾਂ ਸਾਧ ਸੰਗਤ ਜੀ, ਜਥੇਦਾਰ ਸਾਹਿਬ, ਮੇਰੀ ਬੇਨਤੀ ਹੈ ਵੀ ਇੱਦਾਂ ਫਿਰ ਮਸਲਾ ਨਹੀਂ ਹੱਲ ਹੋਣਾ। ਇਹ ਬਹੁਤ ਜ਼ਿਆਦਾ ਮੰਦਭਾਗੀ ਹੈ ਔਰ ਇੱਦਾਂ ਰਾਗੀ ਸਿੰਘਾਂ ਦੀ ਬਿਰਤੀ ਵੀ ਨਹੀਂ ਜੁੜ ਸਕਦੀ। ਇੱਕ ਟੁੱਟਿਆ ਹੋਇਆ ਮਨ, ਕਲਪਿਆ ਹੋਇਆ ਮਨ ਕਿੱਦਾਂ ਕਿਸੇ ਦੂਸਰੇ ਮਨ ਨੂੰ ਸ਼ਾਂਤ ਕਰ ਸਕਦਾ। ਸੋ ਇਹ ਮੇਰੀ ਬੇਨਤੀ ਹੈ ਇਸ ਚੈਨਲ ਦੇ ਮਾਧਿਅਮ ਰਾਹੀਂ ਕਿ ਆਪ ਜੀ ਦੇ ਹੱਥ ਪਾਵਰ ਹੈ, ਕਿਉਂਕਿ ਜੇ ਤੁਸੀਂ ਕਹਿਤਾ ਵੀ ਮੈਂ ਨਹੀਂ ਕੁਝ ਕਰ ਸਕਦਾ, ਫਿਰ ਤਾਂ ਗੱਲ ਦਾ ਮਸਲਾ ਹੀ ਨਹੀਂ, ਸਾਡੇ ਇਕੱਠੇ ਹੋਣ ਦਾ ਵੀ ਕੋਈ ਫਾਇਦਾ ਨਹੀਂ, ਫਿਰ ਤਾਂ ਬੰਦ ਹੀ ਕਰ ਦਈਏ, ਬੰਦ ਬਸਤੇ 'ਚ ਪਾ ਕੇ ਰੱਖ ਦਈਏ ਸਾਈਡ 'ਤੇ। ਜੇ ਤੁਸੀਂ ਕਹਿਤਾ ਵੀ ਮੈਂ ਨਹੀਂ ਕੁਝ ਕਰ ਸਕਦਾ, ਫਿਰ ਅਸੀਂ ਕਿਹਦੇ ਕੋਲ ਲੈ ਕੇ ਜਾਵਾਂਗੇ ਆਪਣੇ ਦੁੱਖੜੇ। ਸੋ ਮੇਰੀ ਬੇਨਤੀ ਹੈ ਉਹਨਾਂ ਰਾਗੀ ਸਿੰਘਾਂ ਦਾ ਵੀ ਜਿਨ੍ਹਾਂ ਦਾ ਮਸਲਾ ਚੱਲ ਰਿਹਾ ਉਹ ਵੀ ਹੱਲ ਕਰੋ, ਔਰ ਜਿਹੜੇ ਪ੍ਰਾਈਵੇਟ ਰਾਗੀ ਸਿੰਘ 2-2 ਹਜ਼ਾਰ 3-3 ਹਜ਼ਾਰ ਤਨਖਾਹਾਂ ਦੇ ਉੱਤੇ ਕੰਮ ਕਰ ਰਹੇ ਨੇ, ਉਹਨਾਂ ਦਾ ਵੀ ਕੁਝ ਸੋਚੋ ਕਿ ਉਹ ਵੀ ਆਪਣੇ ਪਰਿਵਾਰ ਨੂੰ ਪਾਲਣ, ਸਹੀ ਢੰਗ ਦੇ ਨਾਲ ਪ੍ਰਚਾਰ ਕਰਨ, ਬਾਣੀ ਯਾਦ ਕਰਨ, ਆਪਣਾ ਪਰਿਵਾਰ ਚੰਗੀ ਤਰ੍ਹਾਂ ਪਾਲ ਸਕਣ। ਸੋ ਇਸੇ ਵਿਸ਼ੇ ਨੂੰ ਲੈ ਕੇ ਸਾਰੇ ਰਾਗੀ ਸਿੰਘ ਇਕੱਤਰ ਹੋਏ। ਸੋ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸੋ ਕੈਮਰਾਮੈਨ ਨੀਟਾ ਜੀ ਅਤੇ ਹਰਸ਼ਦੀਪ ਦੇ ਨਾਲ ਖਾਲਸਾ ਪ੍ਰਚਾਰ ਮਿਸ਼ਨ TV ਅਤੇ ਗੁਰਬਾਣੀ ਅਖੰਡ ਬਾਣੀ TV। ਸੋ ਸਾਰੀਆਂ ਸੰਗਤਾਂ ਜ਼ਰੂਰ ਇਹਨਾਂ ਦੋਵਾਂ ਚੈਨਲਾਂ ਨੂੰ ਆਪ ਜੀ ਨੇ ਸਬਸਕ੍ਰਾਈਬ ਕਰਨਾ ਅਤੇ ਆਪਣੇ ਵਿਚਾਰ ਨੇ ਜਿਹੜੇ ਹੇਠਾਂ ਕਮੈਂਟਸ ਦੇ ਰਾਹੀਂ ਸਾਡੇ ਨਾਲ ਸਾਂਝੇ ਕਰਨੇ ਨੇ। ਸਾਰੀਆਂ ਸੰਗਤਾਂ ਦਾ ਧੰਨਵਾਦ, ਸਾਰੇ ਰਾਗੀ ਸਾਹਿਬਾਨਾਂ ਦਾ ਧੰਨਵਾਦ। ਫਤਿਹ ਦੀ ਸਾਂਝ ਪਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।